ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਓੰਕਾਰ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ। ਸਾਹਿਬ ਜੀ ਦੀ ਬਖਸ਼ਿਸ਼ ਨਾਲ ਕੱਲ 37ਵੀਂ ਪੌੜੀ ਦੀ ਵਿਚਾਰ ਕੀਤੀ ਸੀ। ਅੱਜ ਉਸ ਤੋਂ ਅਗਲੀ 38ਵੀਂ ਪੌੜੀ ਦੀ ਵਿਚਾਰ ਅਸੀਂ ਆਰੰਭ ਕਰਨੀ ਹੈ। ਕੱਲ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 36ਵੀਂ ਪੌੜੀ ਦੀ ਜੋ ਲੜੀ ਚੱਲ ਰਹੀ ਸੀ ਉਸ ਨੂੰ ਅੱਗੇ ਤੋਰਦਿਆਂ ਹੋਇਆ ਹੋਰ ਵਿਆਖਿਆ ਕੀਤੀ, ਕਿਉਂਕਿ 36ਵੀਂ ਪੌੜੀ ਦੇ ਵਿੱਚ ਆਖਰੀ ਪੰਕਤੀਆਂ ਵਿੱਚ ਕੁਝ ਕਰਮ ਕਾਂਡ ਦਾ ਜ਼ਿਕਰ ਕੀਤਾ ਗਿਆ ਸੀ। ਉੱਥੇ ਸਿਰਫ ਇਸ਼ਾਰੇ ਮਾਤਰ ਸ਼ੁਰੂਆਤ ਸੀ। ਬਨ ਬਨ ਫਿਰਤੀ ਢੂੰਡਤੀ, ਬਸਤ ਰਹੀ ਘਰ ਬਾਰ, ਸਤਿਗੁਰ ਮੇਲੀ ਮਿਲ ਰਹੀ, ਜਨਮ ਮਰਨ ਦੁੱਖ ਨਿਵਾਰ। ਜੋ ਜੀਵ ਰੂਪੀ ਇਸਤਰੀ ਪ੍ਰਭੂ ਦੇ ਨਾਮ ਨੂੰ ਲੱਭਣ ਲਈ ਜੰਗਲਾਂ ਜੰਗਲਾਂ ਵਿੱਚ ਤੁਰਦੀ ਫਿਰਦੀ ਹੈ, ਢੂੰਡਦੀ ਫਿਰਦੀ ਹੈ, ਲੱਭਦੀ ਫਿਰਦੀ ਹੈ, ਉਸ ਨੂੰ ਮਿਲਦਾ ਨਹੀਂ। ਕਿਉਂ? ਕਿਉਂ ਨਾਮ ਤਾਂ ਵਾਹਿਗੁਰੂ ਦਾ ਅੰਮ੍ਰਿਤ ਨਾਮ ਮਨੁੱਖ ਦੇ ਹਿਰਦੇ ਵਿੱਚ ਹੈ, ਘਰ ਦੇ ਵਿੱਚ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਕ ਸੰਗਰ ਹੈ, ਕਰਤੇ ਆਪ ਖਵਾਇਆ। ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹਨ। ਅੰਮ੍ਰਿਤ ਘਰ ਵਿੱਚ ਹੈ, ਹਿਰਦੇ ਦੇ ਘਰ ਵਿੱਚ ਹੈ, ਪਰ ਮਨ ਦੀ ਮੱਤ ਪਿੱਛੇ ਚੱਲਣ ਵਾਲਾ ਮਨੁੱਖ ਇਸ ਅੰਮ੍ਰਿਤ ਦੀ ਸਾਰ ਨਹੀਂ ਜਾਣਦਾ। ਉਹ ਲੱਭਣ ਲਈ ਬਾਹਰ ਤੁਰਿਆ ਫਿਰਦਾ ਹੈ, ਥਾਂ ਥਾਂ ਦੇ ਉੱਤੇ ਜੰਗਲਾਂ ਵਿੱਚ ਭਟਕਦਾ ਫਿਰਦਾ ਹੈ। ਪਰ ਗੁਰੂ ਪਾਤਸ਼ਾਹ ਜੀ ਨੇ ਨਾਲ ਹੀ ਅੱਗੇ ਅਗਲੀ ਪੌੜੀ ਦੇ ਵਿੱਚ ਜੋ ਵਿਚਾਰ ਦੇ ਦਿੱਤੇ ਉਹ ਇਹ ਸੀ ਵੀ ਕਈ ਪ੍ਰਕਾਰ ਦੇ ਕਰਮ ਕਾਂਡ ਕਰਨ ਨਾਲ ਇੱਕ ਤਾਂ ਇਹ ਪਹਿਲੀ ਇਸ 36ਵੀਂ ਪੌੜੀ 'ਚ ਕੇਵਲ ਜੰਗਲ ਦੀ ਗੱਲ ਕੀਤੀ ਸੀ, ਲੇਕਿਨ ਜੋ 37ਵੀਂ ਪੌੜੀ ਵਿੱਚ ਹੈ ਗੁਰੂ ਪਾਤਸ਼ਾਹ ਨੇ ਨਾਨਾ ਕਰਮ ਨਾਨਾ ਕਰਤ ਨਾ ਛੂਟਿਆ, ਬਿਨ ਗੁਣ ਜੰਪੁਰ ਜਾਹੇ ਦੀ ਗੱਲ ਕੀਤੀ। ਵੀ ਅਨੇਕਾਂ ਧਾਰਮਿਕ ਕਿਰਿਆਵਾਂ ਕਰਨ ਦੇ ਨਾਲ ਮਨੁੱਖ ਹੰਕਾਰ ਤੋਂ ਬਚ ਨਹੀਂ ਸਕਦਾ, ਵਾਹਿਗੁਰੂ ਦੀ ਦਰਗਾਹ ਤੋਂ ਇਹ ਛੁੱਟ ਨਹੀਂ ਸਕਦਾ, ਕਿਉਂਕਿ ਇਹਦੀ ਜ਼ਿੰਦਗੀ ਵਿੱਚ ਹੰਕਾਰ ਭਰੇ ਹੋਏ ਹਨ। ਕਰਮ ਕਰਦਿਆਂ ਕਰਦੇ ਅੰਦਰ ਹੰਕਾਰ ਆਏ ਹਨ। ਗੋਪਾਲ ਦੇ ਗੁਣ ਗਾਉਣ ਤੋਂ ਬਿਨਾਂ ਹੰਕਾਰ ਤੋਂ ਛੁਟਕਾਰਾ ਹੋ ਨਹੀਂ ਸਕਦਾ, ਪਰ ਇਸ ਹੰਕਾਰ ਦੇ ਕਾਰਨ ਆਵਾਗਮਨ ਦਾ ਚੱਕਰ ਇਹਦਾ ਬਣਿਆ ਰਹਿੰਦਾ ਹੈ। ਮੌਤ ਦਾ ਡਰ ਹਰ ਵੇਲੇ ਇਹਦੇ ਸਿਰ ਦੇ ਉੱਤੇ ਮੰਡਲਾਇਆ ਰਹਿੰਦਾ ਹੈ। ਹਰ ਵੇਲੇ ਮੌਤ ਤੋਂ ਡਰਦਾ, ਹਾਏ ਕਿਤੇ ਮੈਂ ਮਰ ਨਾ ਜਾਵਾਂ, ਮੇਰੀ ਕਿਤੇ ਮੌਤ ਨਾ ਆ ਜਾਏ। ਇਹੋ ਜਿਹਾ ਮਨੁੱਖ ਦੇ ਅੰਦਰ ਡਰ ਪਿਆ ਰਹਿੰਦਾ ਹੈ। ਜਿਹੜੇ ਮਨੁੱਖ ਕੇਵਲ ਕਰਮਾਂ ਦਾ ਹੀ ਆਸਰਾ ਲੈਂਦੇ ਨੇ
ਉਹ ਦੀਨ ਵੀ ਗਿਆ ਤੇ ਦੁਨੀਆ ਵੀ ਗਈ। ਨਾ ਤਿਸ ਇਹ ਨਾ ਉਹ ਹੈ। ਇਹ ਦਾ ਮਤਲਬ ਹੈ ਦੁਨੀਆ ਤੇ ਉਹ ਪਰਮੇਸ਼ਰ ਦਾ ਦਰ। ਲੋਕ ਗਿਓ ਪ੍ਰਲੋਕ ਗਵਾਇਆ ਦੀ ਜਿਹੜੀ ਗੱਲ ਕੱਲ ਆਪਾਂ ਵਿਚਾਰ ਕੀਤੀ ਸੀ ਵੀ ਲੋਕ ਵੀ ਗਿਆ ਤੇ ਪ੍ਰਲੋਕ ਵੀ ਗਿਆ। ਭਾਵ ਉਸਨੇ ਨਾ ਦੁਨੀਆ ਸਵਾਰੀ ਤੇ ਨਾ ਦੀਨ ਸਵਾਰਿਆ। ਅਜਿਹੇ ਬੰਦੇ ਕਰਮ ਕਾਂਡ ਦੇ ਉਗਨਾਂ ਦੇ ਫਸੇ ਹੋਏ ਅੰਤ ਵੇਲੇ ਪਛਤਾਉਂਦੇ ਰਹਿੰਦੇ ਹਨ। ਜਦ ਤੱਕ ਮਨੁੱਖ ਨੂੰ ਗੋਪਾਲ ਨਾਲ, ਉਸ ਕਰਤਾਰ ਨਾਲ, ਉਸ ਪਰਮੇਸ਼ਰ ਨਾਲ ਡੂੰਘੀ ਸਾਂਝ ਨਹੀਂ ਪ੍ਰਾਪਤ ਹੁੰਦੀ, ਡੂੰਘੀ ਸਾਂਝ ਨਹੀਂ ਬਣਦੀ, ਉਨੀ ਦੇਰ ਇਹਦੀ ਨਾ ਸੁਰਤ ਉੱਚੀ ਹੋ ਸਕਦੀ ਹੈ, ਨਾ ਹੀ ਇਹਦੇ ਜੀਵਨ ਦਾ ਮਨੋਰਥ ਸਮਝ ਆ ਸਕਦਾ ਹੈ। ਇਹ ਸਭ ਕੁਝ ਗੁਰੂ ਦੀ ਸ਼ਰਨ ਪੈ ਕੇ ਸਮਝ ਆਉਂਦਾ ਹੈ, ਕਿਉਂਕਿ ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਆਉਂਦਾ ਹੀ ਨਹੀਂ, ਸਮਝ ਹੀ ਨਹੀਂ ਆਉਂਦਾ, ਹਨੇਰਾ ਹੀ ਬਣਿਆ ਰਹਿੰਦਾ ਹੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਨਾ ਸਫਲਤਾ ਮਿਲਦੀ ਹੈ, ਨਾ ਹੀ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਨਾ ਆਤਮਿਕ ਚਾਨਣ ਮਿਲਦਾ ਹੈ, ਨਾ ਇਹਨੂੰ ਜੀਵਨ ਦੇ ਮਨੋਰਥ ਦੀ ਸਮਝ ਆਉਂਦੀ ਹੈ, ਇਹ ਆਇਆ ਕੀ ਕਰਨਾ ਹੈ। ਨਾ ਇਹਦੀ ਸੁਰਤ ਭਾਵ ਇਹਦੀ ਸੋਚ ਸ਼ਕਤੀ ਉੱਚੀ ਹੋ ਸਕਦੀ ਹੈ, ਨਾ ਹੀ ਇਹਨੂੰ ਜੀਵਨ 'ਚ ਸਫਲਤਾ ਮਿਲਦੀ ਹੈ, ਔਰ ਨਾ ਹੀ ਇਹਨਾਂ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ। ਇਸੇ ਕਰਕੇ ਭੱਟ ਜੀ ਨੇ ਇਹ ਜੋ ਸੋਈਆ ਲਿਖਿਆ ਉਹਦੇ 'ਚ ਕਹਿੰਦੇ ਨੇ, ਇਹ ਫਿਰ ਮਨੁੱਖ ਗੁਰੂ ਦੀ ਸ਼ਰਨ ਪੈ, ਤੇ ਗੁਰੂ ਉਹ ਕਰ ਉਸ ਗੁਰੂ ਦੀ ਸ਼ਰਨ ਵਿੱਚ ਪੈ ਜੋ ਸ਼ਬਦ ਦਾ ਸੂਰਮਾ ਹੈ। ਭਾਵ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ, ਜਿਹੜਾ ਤੇਰੇ ਸਾਰੇ ਗੁਨਾਹ, ਤੇਰੇ ਅਵਗੁਣ ਕੱਟ ਕਰੇਗਾ, ਹੰਕਾਰ ਦੀਆਂ ਜੰਜੀਰਾਂ ਨੂੰ ਤੋੜ ਦੇਵੇਗਾ, ਤੇ ਤੇਰੇ ਨਾਲ ਤੇਰਾ ਸੰਬੰਧ ਉਸ ਕਰਤੇ ਪੁਰਖ ਮਾਲਕ ਨਾਲ ਹੋ ਜਾਏਗਾ। ਇਹ ਜੋ ਪਿਛਲੀ ਪੌੜੀ 'ਚ ਗੁਰੂ ਪਾਤਸ਼ਾਹ ਜੀ ਨੇ ਵਿਚਾਰ ਇਹੋ ਹੀ ਦਿੱਤੀ ਵੀ ਇਹ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸੁਰਤ ਤੇ ਜੀਵਨ ਵਿੱਚ ਸਫਲਤਾ ਨਹੀਂ ਆ ਸਮਝੇ, ਨਾ ਹੀ ਮਨੁੱਖ ਨੂੰ ਆਪਣਾ ਫਰਜ਼ ਸਮਝ ਆਉਂਦਾ ਕਰਨ ਕੀ ਆਇਆ। ਇਸ ਹੰਕਾਰ ਦੇ ਕਾਰਨ ਨਾਮ ਤੋਂ ਮਨੁੱਖ ਦੂਰ ਹੋ ਜਾਂਦਾ ਹੈ, ਔਰ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਜੋ ਪ੍ਰਭੂ ਨਿਰਭਉ ਹੈ, ਹੰਕਾਰ ਨੂੰ ਸਮਝਿਆ ਵੀ ਨਹੀਂ ਜਾ ਸਕਦਾ, ਕਿਉਂਕਿ ਇਹਨੂੰ ਸਮਝ ਹੀ ਨਹੀਂ ਆਉਂਦੀ। ਪਤਾ ਹੀ ਨਹੀਂ ਲੱਗਦਾ ਕਿ ਸਾਡੇ ਉੱਤੇ ਹੰਕਾਰ ਦੀ ਕਾਠੀ ਪਈ ਹੋਈ ਹੈ। ਬੰਦਾ ਤਾਂ ਆਪਣੇ ਵੱਲੋਂ ਬੜਾ ਧਰਮ ਕਰਮ ਕਰਦਾ ਹੈ, ਪਰ ਇਹ ਨਹੀਂ ਪਤਾ ਇਹ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਆਪਾਂ ਪਿੱਛੇ ਵਿਚਾਰ ਕੀਤੀ ਸੀ, ਸੂਖਸ਼ਮ ਰੂਪ ਵਿੱਚ ਆਈ ਹੋਈ ਹਉਮੈ ਵੀ ਮਨੁੱਖ ਨੂੰ ਪਰਮੇਸ਼ਰ ਤੋਂ ਦੂਰ ਕਰ ਲੈਂਦੀ ਹੈ, ਜਿਹਦੇ ਬਾਰੇ ਸਾਨੂੰ ਆਪ ਨੂੰ ਵੀ ਗਿਆਨ ਨਹੀਂ ਹੁੰਦਾ। ਪਰ ਅੰਦਰ ਹੰਕਾਰ ਦੀ ਉਹ ਗੰਢ ਹੋਰ ਪੀढ़ी ਤੇ ਪੀढ़ी ਪੱਕੀ ਤੇ ਪੱਕੀ ਹੁੰਦੀ ਜਾਂਦੀ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਇੱਕ ਐਸਾ ਸਮੁੰਦਰ ਹੈ ਜਿਹਦੀ ਡੂੰਘਾਈ ਦਾ ਉਰਲਾ ਪਰਲਾ ਕਰਨਾ ਲੱਭਣਾ ਬੜਾ ਔਖਾ ਹੈ। ਬੜੇ ਯਤਨ ਕੀਤੇ, ਬਸ ਪਿਆਰੇ ਇਹਨੇ ਬਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਏਦਾਂ ਮਿਲਿਆ ਨਾ ਜਾ ਸਕਿਆ। ਗੋਪਾਲ ਦੇ ਨਾਮ ਵਿੱਚ ਰੰਗੇ ਹੋਏ ਗੁਰਮੁਖ ਹੀ ਇਹਦਾ ਕੋਈ ਰਸਤਾ ਦੱਸ ਸਕਦੇ ਨੇ। ਭਾਵ ਸਤਸੰਗਤ ਵਿੱਚ ਬੈਠ, ਜਿੱਥੇ ਗੋਪਾਲ ਦਾ ਨਾਮ ਵਿਚਾਰਿਆ ਜਾਂਦਾ ਹੈ, ਉਹਨਾਂ ਗੁਰਮੁਖਾਂ ਦੀ ਸੰਗਤ ਕਰ, ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆਂ ਦੀ ਸੰਗਤ ਕਰ, ਤੈਨੂੰ ਵੀ ਜੀਵਨ ਦੀ ਸੇਧ ਮਿਲ ਜਾਵੇ, ਜੀਵਨ ਦੀ ਸਿੱਖਿਆ ਮਿਲ ਜਾਏ। ਜਦੋਂ ਉਹਨੂੰ ਮੁੜ ਮੁੜ ਕੇ ਯਾਦ ਕਰੀਏ, ਫਿਰ ਉਹ ਮਿਲਣ ਦਾ ਸਮਰੱਥ ਵਾਹਿਗੁਰੂ ਜਿਹੜਾ ਹੈ ਉਹ ਆਪ ਹੀ ਮਿਲਾ ਲੈਂਦਾ ਹੈ। ਪਰ ਜਿਸ ਪ੍ਰਭੂ ਨੇ ਆਪ ਹੀ ਅਭਿਮਾਨ ਵਿੱਚ ਪਾ ਕੇ ਵਿਛੋੜਿਆ ਸੀ, ਹੁਣ ਉਹਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਜਦੋਂ ਮਨੁੱਖ ਉਹਦੇ ਦਰ ਤੇ ਉਹਦੀ ਚਰਨ ਛਨ ਤੇ ਆ ਕੇ ਭਰੋਸੇ ਨਾਲ ਉਸ ਗੁਰੂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਦਾ ਹੈ, ਤੇ ਉਹਨੂੰ ਰਸਤੇ ਦਾ ਮਾਰਗ ਪਤਾ ਲੱਗ ਜਾਂਦਾ ਹੈ। ਉਸ ਗੁਰੂ ਦੇ ਅਥਾਹ ਪ੍ਰੇਮ ਵਿੱਚ ਜਦੋਂ ਇਹ ਭਿੱਜ ਜਾਂਦਾ ਹੈ, ਉਦੋਂ ਉਸ ਪਰਮੇਸ਼ਰ ਨਾਲ ਦੀ ਸਾਂਝ ਬਣ ਜਾਂਦੀ ਹੈ। ਇਹ 37ਵੀਂ ਪੌੜੀ ਦੀ ਵਿਚਾਰ ਸੀ ਸੰਖੇਪ ਜੇ। 38ਵੀਂ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਫਿਰ ਅੱਗੇ ਹੋਰ ਇਸ ਗੱਲ ਨੂੰ ਤੋੜਦਿਆਂ ਹੋਇਆ ਵਿਚਾਰ ਦਿੱਤੇ ਹਨ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਵਿਜੋਗ ਸੰਤਾਪ।
नरक पड़म तो क्यों रहे, क्यों बंचै जम काल, क्यों आवन जाना विसरै, झूठ बुरा पै काल, झूठ बुरा खै काल। मन जंजाली वेड़िया, पी जंजाला माहे, बिन नावे क्यों छुटिया, पापे पचे पचाहे। मन जंजाली वेड़िया, पी जंजाला माहे, बिन नावे क्यों छुटिए, पापे पचे पचाहे। पाप पूरा। सतगुरु कहते हे पांडे, धर्म कर्म करने वाले, धर्म के नाम से कर्म कांड करने वाले ये गल नहीं समझते पाप की है पुण्य की है। पर पाप करने वाला जो लफ्ज पापी वरत्या, पाप करने वाले नूं पापी कहते हैं, दान करने वाले नूं दानी कहते हैं। वो पापी नूं बहुत प्यारा लगता है पाप, ਉਹਦਾ संबंध ही पाप नाल है। ये पांडे ये पाप कर्म मनुख नूं रब तो दूर लै जाते हैं। इंसान दुनिया के तुछ पदार्थों की खातर, पदार्थों के मोह विच फसे होने करके अनेकां पाप करता है। इन्हां पापां करके ਇਹਦਾ जीवन का मार्ग, जीवन का पंथ दुखों नाल भरदा जाता है। समझ नहीं आती। पाप पापी पाप कर रहा है पर यह गल समझदा नहीं। पाप अपने लिए, अपने परिवार लिए किया जाता है। पाप कमाने वाले याद रखी, इन्हां विचों कोई भी इहदा तेरा साथी नहीं बनना। कीते हुए पाप कर्म जिहड़े हन उन्हां विचों कोई भी तेरा साथी नहीं बनना। कीते हुए गुनाह की सजावां विच तेरा होर कोई भाईवाल नहीं बनेगा। जिन्हां लई तू पाप करदा है उन्हां भी तेरा साथ नहीं देना। पापां दीयां पंडां बन के अपने सिर ते तुरया फिरदा है, चुक्की फिरदा है। हर पासे पाप का पसारा होया है, पाप लद्या है, पाप का पसारा हर पासे है। पाप 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 करदियां तेरी जिंदगी गुजर रही है। अखीर तू जदों साथ छड्डेगा, ये संसार छड्डेगा, हाथ मिलेगा, पर हाथ मिलना की होएगा? उदों जीवन की बाजी खत्म हो चुकेगी। ये जीवन के कीमती दिन मुड़ के वापस भी नहीं आते, तो वापस आउणगे भी नहीं। जिवें दरख्तां नाल लगे हुए पत्ते टुट जान तो दोबारा नहीं जुड़ते। पतझड़ आउंदी है, पत्ते झड़ते ने, ढेरां दे ढेर पत्ते दरख्तां तो झड़ जाते हैं। वो पत्ता टुटिया हुआ दोबारा दरख्त की शाखा नाल, टाहनी नाल नहीं जुड़ता। हाँ, नवे पत्ते आ सकते हैं, नवे पत्ते आउंदे ने, लेकिन जिहड़ा टुट गया वो जुड़ता नहीं। ते केरे इसे तरह तेरे कीते हुए गुनाह, कीते हुए पाप, तेरे मनुख, तेरी अंदरली जिंद जिहड़ी है वो आत्मक मौत के रस्ते वाल नूं तुरी जाती है। तेनों इस गल की समझ ही नहीं। जिवें अहंकार की समझ नहीं, तेनों आत्मक मौत की भी समझ नहीं आती। और वाहिगुरू की उस गोपाल की याद तो बिना ये जीवन दुखों के नाल भरिया रहिंदा, दुखों के नाल। कहानी दुखों की है, घिरी रहिंदी हर वेले। मनुख पाप कर्म कर लग्या दुनिया तो छिपाउंदा है। जिहड़ा कर्म दुनिया तो छिपा के किया जाए, इहदा मतलब उहदे पिछे भावना ठीक नहीं, उहदे पिछे भावना ठीक नहीं।
ਦੁਨੀਆ ਤੋਂ ਛੁਪਾ ਕੇ ਜਿਹੜਾ ਕਰਮ ਕੀਤਾ ਜਾਂਦਾ ਹੈ, ਉਹਦੇ ਪਿੱਛੇ ਕੋਈ ਭਾਵਨਾ ਹੋਰ ਹੁੰਦੀ ਹੈ। ਆ ਮਨੁੱਖ ਪਾਪ ਕਰਨ ਲੱਗਿਆ ਦੁਨੀਆ ਤੋਂ ਛੁਪਾਉਂਦਾ, ਬਲ ਛਲ ਕਰਦਾ ਹੈ। ਪਰ ਨਾ ਸਮਝ ਬੰਦਿਆ ਇੱਕ ਗੱਲ ਸਮਝ ਲੈ, ਵਾਹਿਗੁਰੂ ਤੇਰੀ ਹਰ ਕਰਤੂਤ ਨੂੰ ਜਾਣਦਾ ਹੈ, ਤੇਰੇ ਹਰ ਗੁਨਾਹ, ਹਰ ਕੀਤੇ ਹੋਏ ਪਾਪਾਂ ਨੂੰ ਜਾਣਦਾ ਹੈ। ਮੰਦੇ ਕੰਮ ਕਰਨ ਵਾਲੇ ਦਾ ਹਸ਼ਰ ਉਹਨਾਂ ਤਿਲਾਂ ਵਰਗਾ ਹੁੰਦਾ ਹੈ ਜੋ ਕੋਹਲੂ ਵਿੱਚ ਪਾ ਕੇ ਪੀੜ ਦਿੱਤੇ ਜਾਂਦੇ ਹਨ, ਜਿਨ੍ਹਾਂ ਤੋਂ ਤੇਲ ਕੱਢਿਆ ਜਾਂਦਾ ਹੈ। ਤੇ ਰਿਜ਼ਲਟ ਕੀ ਹੈ ਪਾਪਾਂ ਦਾ? ਕਹਿੰਦੇ ਨੇ ਪਾਪ ਕਰਨ ਦਾ ਰਿਜ਼ਲਟ ਇਹ ਹੈ ਕਿ ਮਨੁੱਖ ਬਾਰ-ਬਾਰ ਜੰਮਦਾ ਹੈ, ਬਾਰ-ਬਾਰ ਮਰਦਾ ਹੈ। ਦੁਨੀਆ ਦੇ ਪਦਾਰਥਾਂ ਦੇ ਮੋਹ ਕਾਰਨ ਪਾਪਾਂ ਕਰਕੇ ਕੀਮਤੀ ਜਨਮ ਨੂੰ ਅਜਾਈਂ ਗਵਾਈ ਜਾਂਦਾ ਹੈ। ਹੁਣ ਸਵਾਲ ਹੈ ਵੀ ਪਾਪ ਹੈ ਕੀ ਚੀਜ਼? ਗੁਰੂ ਪਾਤਸ਼ਾਹ ਨੇ ਇਹ ਗੱਲ ਤਾਂ ਸਾਨੂੰ ਸਮਝਾ ਦਿੱਤੀ। ਬਿਹਾਗੜਾ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਬਚਨ ਲਿਖਿਆ, ਅੰਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ। ਅੰਨ ਕਾਏ ਹੋਰ ਰਸਤੇ ਤੇ ਪਾਪ ਕਰਨ ਵੇਲੇ ਵਾਟ ਦੁਹੇਲੀ ਰਾਮ, ਬੜੀ ਔਖੀ ਵਾਟ ਹੈ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਦੱਸ ਕੋਈ ਹੈ ਤੇਰਾ ਸਾਥੀ? ਕੋਈ ਤੇਰਾ ਬੇਲੀ ਬਣਨਾ ਹੀ ਨਹੀਂ। ਪਛਤਾਉਣ ਵੇਲੇ ਵੀ ਕਿਸੇ ਨੇ ਸਾਥ ਨਹੀਂ ਦੇਣਾ। ਰਸਨਾ ਤੋਂ ਤੂੰ ਗੋਪਾਲ ਦਾ ਨਾਮ ਨਹੀਂ ਜਪਿਆ ਤੇ ਇਹ ਦਿਨ ਮੁੜ ਕੇ ਆਉਣੇ ਵੀ ਨਹੀਂ ਜਿਹੜੇ ਤੂੰ ਪਾਪ ਕਰਦਿਆਂ ਗਵਾ ਦਿੱਤੇ ਹਨ। ਉਹ ਕਰਮ, ਜਿਹੜਾ ਕਰਮ ਪਰਮੇਸ਼ਰ ਤੋਂ ਤੋੜ ਦਿੰਦਾ ਹੈ, ਉਹਨੂੰ ਪਾਪ ਕਰਮ ਕਿਹਾ ਜਾਂਦਾ ਹੈ। ਬੜੀ ਲੰਬੀਆਂ ਚੌੜੀਆਂ ਪਰਿਭਾਸ਼ਾ ਪਾਪ ਦੀਆਂ ਕੋਸ਼ਾਂ ਵਿੱਚ ਮਿਲਦੀਆਂ ਨੇ, ਬਹੁਤ ਲੰਬੀਆਂ ਚੌੜੀਆਂ। ਹਰ ਮਜ਼ਹਬ ਵਿੱਚ, ਹਰ ਧਰਮ ਵਿੱਚ ਇਹਨੇ ਵੱਖੋ ਵੱਖਰੀ ਡੈਫੀਨੇਸ਼ਨ ਪਾਪ ਦੀ ਦਿੱਤੀ ਹੈ। ਪਰ ਗੁਰੂ ਪਾਤਸ਼ਾਹ ਜਿਹੜੀ ਗੱਲ ਕਹਿੰਦੇ ਨੇ, ਕਹਿੰਦੇ ਅੰਨ ਕਾਏ ਰਾਤੜਿਆ ਵਾੜ ਦੁਹੇਲੀ ਰਾਮ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇਂ। ਗੁਣ ਗੋਪਾਲ ਨਾ ਜਪੇ ਰਸਨਾ, ਫਿਰ ਕਦੋਂ ਸੇ ਦੇ ਆਵੇਂ। ਕਦੋਂ ਆਉਣਗੇ ਦਿਨ? ਦੁਬਾਰਾ ਮਿਲਨੇ ਨਹੀਂ ਮਿਲਨੇ। ਕਿਸ ਤਰ੍ਹਾਂ ਜਿਵੇਂ ਤਰਵਰ ਵਿਛੁੰਨੇ ਨਾ ਪਾਤ ਜੁੜਤੇ, ਰੁੱਖ ਨਾਲ ਵਿਛੜੇ ਹੋਏ ਪੱਤੇ ਕਦੀ ਟਾਹਣੀ, ਰੁੱਖ ਨਾਲ ਦੀ ਟਾਹਣੀ ਨਾਲ ਦੁਬਾਰਾ ਨਹੀਂ ਜੁੜਦੇ। ਜੰਮਾ ਗੌਣ ਅਕੇਲੀ, ਉੱਥੇ ਕੱਲੇ ਨੂੰ ਜਾਣਾ ਪੈਣਾ ਹੈ। ਕੱਲੇ ਨੇ ਆਪਣਾ ਲੇਖਾ ਦੇਣਾ ਹੈ, ਕੱਲੇ ਨੇ ਆਪਣੇ ਕੀਤੇ ਗੁਨਾਹਾਂ ਦਾ ਹਿਸਾਬ ਦੇਣਾ ਹੈ। ਤਰਵਰ ਵਿਛੁੰਨੇ ਨਾ ਪਾਤ ਜੁੜਤੇ, ਜਮ ਮਗ ਗੌਣ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਫਿਰ ਪਾਤਸ਼ਾਹ ਕਹਿੰਦੇ ਤੂੰ ਬਲਵੰਚ ਲੂਕ ਕਰੇ, ਸਭ ਜਾਣੇ ਜਾਣੀ ਰਾਮ। ਪ੍ਰਾਪਤ ਤਾਂ ਲੁੱਕ ਕੇ ਕੀਤਾ ਜਾਂਦਾ ਹੈ। ਰਿਸ਼ਵਤ ਲੈਣੀ ਹੈ, ਲੁੱਕ ਕੇ ਲਈ ਜਾਂਦੀ ਹੈ। ਹੋਰ ਕਰਮ ਕਰਨਾ ਹੈ, ਵਿਚਾਰ ਕਰਨਾ ਹੈ, ਲੁੱਕ ਕੇ ਕੀਤਾ ਜਾਂਦਾ ਹੈ। ਲੋਕਾਂ ਦੀਆਂ ਅੱਖਾਂ ਤੋਂ ਬਚਾ ਕੇ ਕੰਮ ਕੀਤਾ ਜਾਂਦਾ ਹੈ। ਇਹ ਕਰਮ ਜਿਹੜੇ ਹਨ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਕੀਤੇ ਜਾਂਦੇ ਨੇ। ਤੂੰ ਬਲਵੰਚ ਲੂਕ ਕਰੇ, ਸਭ ਜਾਣੇ ਜਾਣੀ ਰਾਮ। ਲੇਖਾ ਧਰਮ ਭਿਆ, ਤਿਲ ਪੀੜੇ ਕਹਾਣੀ ਰਾਮ। ਤਿਲਾਂ ਵਾਂਗੂ ਪੀੜਿਆ ਜਾਂਦਾ ਹੈ। ਕਿਰਤ ਕਮਾਣੇ ਦੁੱਖ ਸੋ ਪ੍ਰਾਣੀ, ਅਨਕ ਜੋਨ ਪਰਮਾਇਆ। ਮਹਾ ਮੋਹਣੀ ਸੰਗ ਰਾਤਾ, ਰਤਨ ਜਨਮ ਗਵਾਇਆ। ਇੱਕ ਸਹਰ ਕੇ ਨਾਮ ਬਾਜੋਂ, ਆਨ ਕਾਜ ਸਿਆਣੀ। ਬਿਨਵੰਤ ਨਾਨਕ ਲੇਖ ਲਿਖਿਆ, ਭਰਮ ਮੋਹ ਲੁਬਾਣੀ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਭਰਮ ਮੋਹ ਵਿੱਚ ਲੱਭਿਆ ਫਸਿਆ ਹੋਇਆ ਮਨੁੱਖ ਦਾ ਕੰਮ ਇਹੋ ਹੀ ਹੈ, ਇਹੋ ਕੁਝ ਹੀ ਕਰਦਾ ਹੈ। ਤੋ ਸਤਿਗੁਰੂ ਜੀ ਜਦੋਂ ਇਹਦੀ ਗੱਲ ਸਮਝਾਉਂਦੇ ਨੇ ਵੀ ਪਾਪ ਤੇ ਕਰਮ ਹੈ ਕੀ ਚੀਜ਼, ਥੋੜਾ ਜਿਹਾ ਆਪਾਂ ਇਸ ਗੱਲ ਨੂੰ ਸਮਝ ਲਈਏ। ਆਮ ਤੌਰ ਤੇ ਕਈ ਵਾਰੀ ਸਵਾਲ ਇਹ ਕੀਤੇ ਜਾਂਦੇ ਆ ਜੀ, ਮੈਂ ਤਾਂ ਪਾਪ ਕਰ ਲਿਆ। ਹੁਣ ਪਾਪ ਕੀ ਹੈ? ਹਰ ਧਰਮ ਨੇ ਆਪੋ ਆਪਣੇ ਸਿਧਾਂਤ ਜਿਹੜੇ ਨੇ ਉਹ ਦਿੱਤੇ ਨੇ। ਪਾਪ, ਪੁੰਨ ਤੇ ਪਾਪ, ਨੇਕੀ ਤੇ ਬਦੀ, ਇਹਦਾ ਨਿਰਣਾ ਔਖੀ ਜਿਹੀ ਗੱਲ ਹੈ, ਕਠਿਨ ਬਾਤ ਹੈ।
ਵੱਖਰੀਆਂ ਵੱਖਰੀਆਂ ਮਨੌਤਾਂ ਹਰ ਮਜ਼ਹਬ ਦੀਆਂ ਹਨ। ਇੱਕ ਆਦਮੀ ਇੱਕ ਗੱਲ ਨੂੰ ਪੁੰਨ ਸਮਝਦਾ, ਦੂਜਾ ਉਹਨੂੰ ਪਾਪ ਸਮਝਦਾ। ਜਿਵੇਂ ਇਸਲਾਮ ਵਿੱਚ ਬਕਰੀਦ ਨੂੰ ਜਾਨਵਰਾਂ ਦੀ ਕੁਰਬਾਨੀ ਦੇਣੀ ਹੈ, ਉਹਨੂੰ ਪੁੰਨ ਸਮਝਿਆ ਜਾਂਦਾ ਹੈ, ਤੇ ਵੈਸ਼ਨਵ ਮਤ ਵਿੱਚ ਜੀਵ ਨੂੰ ਮਾਰਨਾ ਪਾਪ ਸਮਝਿਆ ਜਾਂਦਾ ਹੈ। ਇਹ ਬੜੀ ਕਠਿਨ ਜਿਹੀ ਕਹਾਣੀ ਹੈ ਵੀ ਫਿਰ ਪੁੰਨ ਕੀ ਹੈ, ਪਾਪ ਕੀ ਹੈ, ਬਦੀ ਆਈ ਕਿੱਥੋਂ, ਇਹ ਪਾਪ ਆਏ ਕਿੱਥੋਂ, ਕਿੱਥੋਂ ਇਹ ਚੀਜ਼ਾਂ ਆਈਆਂ। ਇਹਦਾ ਉੱਤਰ ਵੀ ਹਰ ਧਰਮ ਦੇ ਫਿਲਾਸਫਰਾਂ ਨੇ ਵੱਖਰਾ ਵੱਖਰਾ ਦਿੱਤਾ। ਆਪਾਂ ਜ਼ਿਆਦਾ ਵਿਆਖਿਆ ਨਾ ਕਰੀਏ। ਹਾਂ, ਇੱਕ ਵਿਦਵਾਨ ਨੇ ਇੱਕ ਗੱਲ ਲਿਖੀ ਹੈ, ਕਹਿੰਦਾ ਜਿਸ ਕਰਮ ਵਿੱਚ ਸਭ ਦਾ ਭਲਾ ਹੋਵੇ ਤੇ ਆਪਣਾ ਵੀ ਭਲਾ ਹੋਵੇ, ਉਹ ਪੁੰਨ ਤੇ ਨੇਕੀ ਹੈ। ਜੋ ਆ ਗੱਲ ਬੜੀ ਡੂੰਘੇ ਭਾਵ ਰੱਖਦੀ ਹੈ। ਜਿਸ ਕਰਮ ਵਿੱਚ, ਜਿਸ ਕੰਮ ਵਿੱਚ ਸਭ ਦਾ ਭਲਾ ਹੋਵੇ, ਜਿਹਨੂੰ ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ। ਹੁਣ ਮੰਗਣਾ ਹੀ ਨਹੀਂ ਇਕੱਲਾ, ਸਰਬੱਤ ਦਾ ਭਲਾ ਸਿੱਖਣਾ ਵੀ ਹੈ ਕਿਵੇਂ ਹੁੰਦਾ ਹੈ। ਕਰਮ ਵੀ ਉਹ ਕਰੀਏ ਜਿਹਦਾ ਸਰਬੱਤ ਦੇ ਭਲੇ ਦੀ ਗੱਲ ਹੋਵੇ। ਜਿਸ ਕਰਮ ਵਿੱਚ ਸਭ ਦਾ ਭਲਾ ਹੋਵੇ, ਆਪਣਾ ਵੀ ਭਲਾ ਹੋਵੇ, ਉਹ ਕਰਮ ਨੂੰ ਪੁੰਨ ਤੇ ਨੇਕੀ ਕਿਹਾ ਜਾਂਦਾ ਹੈ। ਜਿਸ ਕਰਮ ਤੋਂ ਲੋਕਾਂ ਦਾ ਭਲਾ ਨਹੀਂ ਹੁੰਦਾ ਤੇ ਆਪਣੇ ਆਪ ਨੂੰ ਸ਼ਰਮਿੰਦਗੀ ਸਹਿਣੀ ਪੈਂਦੀ ਹੈ, ਸ਼ਰਮਸਾਰ ਹੋਣਾ ਪੈਂਦਾ ਹੈ, ਉਹ ਪਾਪ ਹੈ, ਉਹ ਕਰਮ ਪਾਪ ਹੈ। ਵਿਵੇਕ ਬੁੱਧੀ ਦੇ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਹੈ। ਇਹਦੇ ਸਾਧਨ ਹਨ ਸਾਨੂੰ ਉਹਦਾ ਨਿਰਣਾ ਕਰਨ ਦਾ। ਉਹ ਸਾਧਨ ਹਨ ਸਾਡੇ ਕੋਲ ਧਰਮ ਗ੍ਰੰਥ, ਇਖਲਾਕ, ਕਿਰਦਾਰ ਸਾਡਾ, ਆਪਣੀ ਜ਼ਮੀਰ ਜਾਂ ਵਿਵੇਕ ਬੁੱਧੀ। ਜਦ ਪਾਪ ਤੇ ਪੁੰਨ ਦਾ ਫੈਸਲਾ ਕਰਨਾ ਹੋਵੇ ਤਾਂ ਬੁੱਧੀ ਤੋਂ ਕੰਮ ਲਵੋ, ਆਪਣੀ ਬੁੱਧ ਤੋਂ ਕੰਮ ਲਈਏ, ਜਿਹੜੀ ਵਿਵੇਕ ਬੁੱਧ ਗੁਰੂ ਨੇ ਸਾਨੂੰ ਦਿੱਤੀ ਹੈ। ਹੁਣ ਪਾਪ ਤੇ ਪੁੰਨ ਦਾ ਨਿਰਣਾ ਵਿਵੇਕ ਬੁੱਧ ਕਰਦੀ ਹੈ। ਪਤਾ ਵੀ ਹੁੰਦਾ ਵੀ ਇਹ ਕੰਮ ਠੀਕ ਨਹੀਂ, ਫਿਰ ਵੀ ਕਰੀ ਜਾਂਦੀ ਹੈ। ਇੱਕ ਫਕੀਰ ਤੋਂ ਕਿਸੇ ਨੇ ਪੁੱਛਿਆ, ਉਹ ਸਾਈਂ ਲੋਕ ਦੱਸ ਪੁੰਨ ਤੇ ਨੇਕੀ ਕੀ ਹੈ, ਬਦੀ ਕਿਹਨੂੰ ਆਖਦੇ ਨੇ। ਇੱਕ ਫਕੀਰ ਨੂੰ ਸਵਾਲ ਕੀਤਾ। ਫਕੀਰ ਨੇ ਅੱਗੋਂ ਜਵਾਬ ਦਿੱਤਾ, ਜਿਸ ਕਰਮ ਦੇ ਕਰਨ ਨਾਲ ਤੁਹਾਡੀ ਆਤਮਾ ਬਲਵਾਨ ਤੇ ਤਕੜੀ ਤੇ ਉਤਸ਼ਾਹਤ ਹੋਵੇ, ਉਹ ਪੁੰਨ ਤੇ ਨੇਕੀ ਹੈ। ਜਿਸ ਦੇ ਕਰਨ ਨਾਲ ਮਨ ਕਮਜ਼ੋਰ ਹੋ ਜਾਵੇ, ਉਹ ਪਾਪ ਤੇ ਬਦੀ ਹੈ। ਜਿਹੜੇ ਕਰਮ ਕਰਨ ਨਾਲ ਗੁਰੂ ਦੀ ਨੇੜਤਾ ਹੋ ਜਾਏ, ਉਹ ਪੁੰਨ ਕਰਮ ਹਨ। ਜਿਹੜੇ ਕਰਮਾਂ ਚੋਂ ਗੁਰੂ ਦੂਰ ਹੋ ਜਾਏ, ਮਨ ਕਮਜ਼ੋਰ ਹੋ ਜਾਏ, ਬਾਹਰ ਮੁਖੀ ਹੋ ਜਾਏ, ਉਹ ਪਾਪ ਤੇ ਬਦੀ ਹੈ। ਪਾਪ ਦੀ ਡੈਫੀਨੇਸ਼ਨ ਜਿਹੜੀ ਹੈ, ਮੈਂ ਫਿਰ ਬੇਨਤੀ ਕਰਾਂ, ਅਲੱਗ-ਅਲੱਗ ਮਤਾਂ ਨੇ, ਅਲੱਗ-ਅਲੱਗ ਮਜ਼ਹਬਾਂ ਨੇ ਅਲੱਗ-ਅਲੱਗ ਦਿੱਤੀ ਹੈ। ਸਿਰਫ ਅਸੀਂ ਉਹਦਾ ਇੱਕ ਛੋਟਾ ਜਿਹਾ ਨਿਚੋੜ ਜੀ ਗੱਲ ਕਰਦੇ। ਪਾਪ ਕਰਮ ਹੈ ਕਿ ਜਿਹਦਾ ਬਾਰ-ਬਾਰ ਗੁਰਬਾਣੀ ਵਿੱਚ ਲਫ਼ਜ਼ ਜਿਹੜਾ ਹੈ ਇਹ ਵਰਤਿਆ ਗਿਆ ਹੈ। ਗੁਰਮਤਿ ਵਿੱਚ ਹੁਣ ਪਾਪ ਪੁੰਨ ਦਾ ਮਤਲਬ ਕੀ ਹੈ? ਉਹ ਕਰਮ ਜੋ ਸਾਨੂੰ ਪ੍ਰਭੂ ਨਾਲ ਜੋੜਦਾ ਹੈ, ਉਸ ਵਿੱਚ ਲੀਨ ਕਰਦਾ ਹੈ, ਉਹ ਪੁੰਨ ਹੈ। ਤੇ ਇਸ ਦੇ ਉਲਟ ਜੋ ਕਰਮ ਸਾਨੂੰ ਪ੍ਰਭੂ ਤੋਂ ਤੋੜਦਾ ਹੈ, ਉਹ ਤੋਂ ਸਾਡਾ ਦੂਰੀ ਬਣਾਉਂਦਾ ਹੈ, ਉਹ ਕਰਮ ਪਾਪ ਕਰਮ ਹੈ। ਬਸ ਇੰਨੀ ਕੁ ਪਰਿਭਾਸ਼ਾ ਸਾਨੂੰ ਸਮਝ ਲੈਣੀ ਚਾਹੀਦੀ ਹੈ। ਪਾਪ ਕੁਝ ਨਹੀਂ, ਉਹਦੀ ਕੋਈ ਤਾਰੀਫ ਨਹੀਂ ਕੀਤੀ ਜਾ ਸਕਦੀ। ਜਦ ਨੇਕੀ ਮਨ ਚ ਪ੍ਰਵੇਸ਼ ਕਰਦੀ ਹੈ ਤਾਂ ਬਦੀ ਦੂਰ ਹੋ ਜਾਂਦੀ ਹੈ। ਵਾਹਿਗੁਰੂ ਨੂੰ ਭੁੱਲ ਜਾਣਾ ਹੀ ਪਾਪ ਤੇ ਬਦੀ ਹੈ। ਗੁਰੂ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ, ਜਿਨੀ ਨਾਮ ਵਿਸਾਰਿਆ ਉਹ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਉਦਾਹਰਨ ਦਿੱਤੀ ਹੈ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਸਾਰੰਗੀ ਵਾਰ ਦੇ ਵਿੱਚ। ਫਿਰ ਸਤਿਗੁਰੂ ਜੀ ਨੇ ਇਹ ਵੀ ਗੱਲ ਕਹੀ ਹੈ, ਨਰ ਅਚੇਤ ਪਾਪ ਤੇ ਡਰ ਰਹੇ। ਇਹ ਵੀ ਗੱਲ ਸਮਝਾਈ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਬਚਨ ਹੈ ਵੀ ਅਚੇਤ ਹੋ ਕੇ ਕਰ ਰਹੇ ਕਰਮ ਜਿਹੜੇ ਨੇ, ਸੋਚ ਪਾਪ ਤੋਂ ਡਰ, ਕਰਮ ਕਰਨ ਲੱਗ ਤੋਂ ਪਹਿਲਾਂ ਸੋਚ। ਇਹ ਕਰਮ ਜਿਹੜੇ ਨੇ ਤਾਂ ਹੀ ਤੇਰੇ ਕੀਤੇ ਜਾਣਗੇ, ਜਿਹੜੇ ਨੇਕੀ ਤੇ ਪੁੰਨ ਦੇ ਕਰਮ ਨੇ, ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਪਾਵੇਂਗਾ, ਗੁਰੂ ਦੇ ਨੇੜੇ ਹੋਏਗਾ।
ਗੁਰੂ ਦੇ ਜਦੋਂ ਨੇੜੇ ਹੋ ਜਾਏਗਾ ਉਦੋਂ ਤੇਰੀ ਕਹਾਣੀ ਜਿਹੜੀ ਹੈ ਜੀਵਨ ਦੀ ਬਦਲ ਜਾਏਗੀ। ਪਾਪੀ ਮਨੁੱਖ ਲਈ ਪਰਮੇਸ਼ਰ ਦੇ ਘਰ ਵਿੱਚ ਕੋਈ ਥਾਂ ਨਹੀਂ। ਆ ਜਨਮ ਮਰਨ ਦਾ ਚੱਕਰ ਕੀ ਇਹੋ ਹੀ ਹੈ। ਉਹ ਜੂਨਾ ਜੂਨਾ ਵਿੱਚ ਬਾਰ-ਬਾਰ ਪੈਣਾ ਪੈਂਦਾ ਹੈ। ਇਹ ਬਚਨ ਇਹ ਵੀ ਸ਼੍ਰੀ ਰਾਖੀਵਾਚ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ। ਕਹਿੰਦੇ ਨੇ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਘੋਰ ਚਾਲਿਆਨ। ਪਾਪੀਆਂ ਨੂੰ ਥਿਰ ਰਹਿਣ ਹੀ ਨਹੀਂ ਦਿੰਦਾ, ਭਾਵ ਟਿਕਣ ਨਹੀਂ ਦਿੰਦਾ। ਚੱਲ ਅਗਲੀ ਜੂ ਅੱਗੇ ਇਹ ਜਨਮ ਮਰਨ ਦਾ ਤਾਣਾ। ਜਿਹੜੀ ਗੁਨਾਹ ਨਾਲੋਂ ਪ੍ਰੀਤ ਜਦੋਂ ਟੁੱਟ ਜਾਂਦੀ ਹੈ, ਗੁਨਾਹ ਤੇ ਪ੍ਰੀਤ ਬੜੀ ਅਨਭਾਂਤੀ ਜਨਮ ਮਰਨ ਫਿਰ ਤਾਨਿਆਂ ਦੀ ਅਵਸਥਾ ਤੇ ਜਾ ਪਹੁੰਚਦਾ। ਜਿਹੜੇ ਚੰਗੇ ਵਿਚਾਰ ਕੀਤੇ ਹੀ ਨਹੀਂ, ਜਿਹਦੀ ਗੁਨਾਹ ਨਾਲੋਂ ਪ੍ਰੀਤ ਟੁੱਟ ਗਈ ਹੈ। ਹੁਣ ਗੁਨਾਹ ਨਾਲੋਂ ਪ੍ਰੀਤ ਟੁੱਟਣੀ ਪਾਪਾਂ ਨੂੰ ਜਨਮ ਦੇਣ ਦੀ ਨਿਸ਼ਾਨੀ ਹੈ। ਤੋ ਪਾਪ ਕਰਮ ਕੀ ਹੈ? ਤੇ ਸਤਿਗੁਰੂ ਜੀ ਨੇ ਫਿਰ ਕਿਹਾ ਬਈ ਬੰਦਿਆ, ਉਹ ਬੰਦਿਆ ਖਿਆਲ ਕਰ, ਇਹ ਜਿਹੜਾ ਜਨਮ ਮਰਨ ਦਾ ਚੱਕਰ ਹੈ ਇਹ ਗੁਣਾਂ ਨਾਲੋਂ ਪ੍ਰੀਤ ਤੋੜਨ ਵਿੱਚ ਪੈਂਦਾ ਹੈ। ਜੇ ਤੇਰੀ ਪ੍ਰੀਤ ਜੁੜ ਜਾਏ, ਪਾਪ ਕੀ ਹੈ? ਜ਼ਹਿਰ ਦੇ ਪਦਾਰਥਾਂ ਨਾਲ ਮਿੱਠਾ ਕਰਕੇ ਖਾਣਾ, ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ। ਬਿਖ ਫਲ ਮੀਠ ਲਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨਭਾਂਤੀ ਜਨਮ ਮਰਨ ਫਿਰ ਤਾਨਿਆ। ਜੁਗਤ ਜਾਨ ਨਹੀਂ ਹਿਰਦੇ ਨਿਵਾਸੀ। ਹੁਣ ਜੁਗਤੀ ਨਹੀਂ ਪਤਾ ਲੱਗੀ, ਪਾਪ ਕਰਮ ਤੇ ਨੇ ਜੇ ਜੁਗਤੀ ਨਹੀਂ ਪਤਾ ਲੱਗਣ ਦਿੰਦੇ, ਉਹ ਪਾਪ ਕਰਮ ਨੇ। ਜਿੱਥੇ ਜੀਵਨ ਦੀ ਮਰਿਆਦਾ ਹੀ ਸਮਝ ਨਾ ਆਵੇ, ਜੀਵਨ ਦਾ ਕਾਲ ਸਿਧਾਂਤ ਹੀ ਸਮਝ ਨਾ ਆਵੇ। ਗੱਲ ਬੜੀ ਸਪਸ਼ਟ ਹੈ ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ, ਹੇ ਪਾਂਡੇ, ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ ਪਾਪ ਕਰ ਜਿਹੜੇ ਨੇ ਉਹ ਬਲਵਾਨ ਹੋ ਜਾਂਦੇ ਹਨ। ਇਨਸਾਨ ਦਾ ਸੁਭਾਅ ਪਾਪੀ ਬਣ ਜਾਂਦਾ ਹੈ, ਭਾਵ ਕਿ ਉਹਦੀ ਪਾਪਾਂ ਨਾਲ ਸਾਂਝ ਬਣ ਜਾਂਦੀ ਹੈ। ਤਾਂ ਹੀ ਕਹਿੰਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ, ਕਿਉਂਕਿ ਉਹਨੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਨਹੀਂ ਲਿਖਿਆ। ਕਈ ਵਾਰੀ ਮਨੁੱਖ ਜਿਸ ਵਾਸ਼ਨਾ ਨਾਲ ਪਾਪ ਕਰਦਾ ਹੈ, ਉਸੇ ਨੀਵੀਂ ਵਾਸ਼ਨਾ ਅਧੀਨ ਕਈ ਵਾਰੀ ਪੁੰਨ ਵੀ ਕਰ ਲੈਂਦਾ ਹੈ। ਹਉਮੈ ਦੇ ਅਧੀਨ ਹੋ ਕੇ ਪਾਪ ਕਰੀ ਜਾਂਦਾ ਹੈ ਤੇ ਹਉਮੈ ਦੇ ਅਧੀਨ ਹੋ ਕੇ ਪੁੰਨ ਕਰੀ ਜਾਂਦਾ ਹੈ। ਹੁਣ ਇਹੋ ਜਿਹੇ ਜਿਹੜੇ ਕੀਤੇ ਹੋਏ ਕਰਮ ਨੇ, ਭਾਵੇਂ ਪੁੰਨ ਕਰ ਲਿਆ ਜਾਂ ਪਾਪ ਕਰ ਲਿਆ, ਇਹਦੀ ਜ਼ਿੰਦਗੀ 'ਚ ਕੋਈ ਉਹਦੇ ਨਾਲ ਫਰਕ ਪੈਣ ਵਾਲਾ ਨਹੀਂ ਹੈ। ਗੁਰਮਤ ਵਿੱਚ ਦਾਨ ਕਰਨਾ, ਤੀਰਥਾਂ ਤੇ ਜਾਣਾ, ਕਰਮ ਕਾਂਡ ਕਰਨ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ, ਜਿਹੜੀ ਜ਼ਿਕਰ ਪਿੱਛੇ ਤੁਰਿਆ ਆ ਰਿਹਾ ਹੈ। ਮਨੁੱਖ ਨੂੰ ਆਪਣੇ ਅੰਦਰੋਂ ਨੀਵੀਂ ਵਾਸ਼ਨਾ ਦੇ ਅਧੀਨ ਕੀਤੇ ਪੁੰਨ ਪਾਪ ਦੇ ਪ੍ਰਭਾਵ ਨੂੰ ਦੂਰ ਕਰਨਾ ਹੈ, ਕਿਉਂਕਿ ਕਾਇਆ ਅੰਦਰ ਦੋਨੇ ਵਿਚਾਰ ਨੇ। ਪਰ ਅਸੀਂ ਵਿਚਾਰ ਜਿਹੜੇ ਨੇ ਗੁਰੂ ਅਨੁਸਾਰ ਕਰੀਏ ਤਾਂ ਸਾਡੇ ਵਿਚਾਰ ਜਿਹੜੇ ਨੇ ਪੁੰਨ ਕਰਮਾਂ ਵਾਲੇ ਬਣ ਜਾਣ, ਜਿਹਦੇ ਨਾਲ ਨਿਰੰਕਾਰ ਨਾਲ ਨੇੜਤਾ ਬਣ ਜਾਏ। ਤੋ ਸਤਿਗੁਰੂ ਜੀ ਦੀ ਬਾਣੀ ਵਿੱਚ ਇਹ ਪਾਪ ਪੁੰਨ ਬਾਰੇ ਬੜੀਆਂ ਲੰਬੀਆਂ ਵਿਚਾਰਾਂ ਜਿਹੜੀਆਂ ਹਨ ਉਹ ਦਿੱਤੀਆਂ ਗਈਆਂ ਹਨ। ਬਹੁਤ ਲੰਬੀ ਵਿਚਾਰ ਦਿੱਤੀ ਗਈ ਹੈ। ਤੋ ਪਾਪ ਤੋਂ ਬਚਣ ਲਈ ਵੱਖ-ਵੱਖ ਮਤਾਂ ਨੇ, ਮਜ਼ਹਬਾਂ ਨੇ ਵੱਖਰੀਆਂ ਵੱਖਰੇ ਤਰੀਕੇ ਵੀ ਦੱਸੇ ਹਨ। ਪਰ ਗੁਰਮਤ ਵਿੱਚ ਸਭ ਤੋਂ ਵੱਡਾ ਸਾਧਨ ਨਾਮ ਸਿਮਰਨ, ਸਤ ਸੰਗਤ ਤੇ ਸੇਵਾ ਦਾ ਹੈ। ਹੁਣ ਪਾਪ ਤੋਂ ਬਚਣ ਦਾ ਜਿਹੜਾ ਸਾਧਨ ਹੈ ਉਹ ਇਹ ਹੈ ਜੁਗਤ ਜਾਣਨ ਦੀ ਗੱਲ। ਜੁਗਤੀ ਕੀ ਹੈ? ਨਾਮ ਸਿਮਰਨ ਭਾਵ ਵਾਹਿਗੁਰੂ ਦੀ ਯਾਦ, ਸਤ ਸੰਗਤ, ਗੁਰਮੁਖ ਪਿਆਰਿਆਂ ਦੀ, ਜਿਹੜੀ ਪਿਛਲੀ ਪੌੜੀ ਜ਼ਿਕਰ ਆਇਆ ਸੀ ਵੀ ਮੈਂ ਤਾਂ ਉਹ ਵੀ ਨਹੀਂ ਮਿਲਿਆ ਜਿਹਦੇ ਨਾਲ ਮੈਂ ਸਾਂਝਾ ਕਰ ਲਵਾਂ ਦੁੱਖ, ਉਹ ਹੈ ਸਤ ਸੰਗਤ। ਤੇ ਤੀਜਾ ਹੈ ਸੇਵਾ। ਸੇਵਾ ਜਿਹੜੀ ਹੈ ਇਹ ਮਨੁੱਖ ਦੇ ਅੰਦਰੋਂ ਹਉਮੈ ਨੂੰ ਦੂਰ ਕਰਕੇ ਨਿਮਰਤਾ ਦਾ ਭਾਵ ਲਿਆਉਂਦੀ ਹੈ। ਹੱਥੀਂ ਸੇਵਾ ਕਰਨ ਦਾ ਮਤਲਬ ਵੀ ਇਹੋ ਹੀ ਸੀ। ਠੀਕ ਹੈ, ਅੱਜ ਅਸੀਂ ਸੇਵਾ ਤੋਂ ਬਹੁਤ ਦੂਰ ਚਲ ਗਏ। ਅਸੀਂ ਤਾਂ ਗੁਰੂ ਘਰਾਂ 'ਚ ਜਾ ਕੇ ਵੀ ਆਪਣੇ ਬਰਤਨ ਵੀ ਆਪ ਸਾਫ਼ ਕਰਨ ਤੋਂ ਸੰਕੋਚ ਕਰਦੇ ਹਾਂ।
ਪਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਜਿਵੇਂ ਜਿਵੇਂ ਬਰਤਨ ਦੇ ਭਾਂਡਿਆਂ ਨੂੰ ਮਾਂਜਦਾ ਜਾਵੇਗਾ ਤੇਰੇ ਮਨ ਦੀ ਮੈਲ ਵੀ ਲੱਥਦੀ ਜਾਏਗੀ, ਪਾਪ ਕਰਮਾਂ ਤੋਂ ਛੁਟਕਾਰਾ ਹੁੰਦਾ ਜਾਏਗਾ। ਇਹ ਸਾਡੀ ਜ਼ਿੰਦਗੀ 'ਚ ਗੁਰੂ ਸਾਹਿਬ ਜੀ ਨੇ ਗੱਲਾਂ ਦੱਸੀਆਂ ਨੇ। ਇਹਨਾਂ ਜਿਹੜੀ ਸਿਮਰਨ ਬੰਦਗੀ ਸਤ ਸੰਗਤ ਸੇਵਾ ਦੇ ਨਾਲ ਜਿਹੜਾ ਮਨ ਪਵਿੱਤਰਤਾ ਵਾਲੇ ਪਾਸੇ ਤੁਰਦਾ ਹੈ, ਜਿਹੜੀ ਰਹਿਤ ਮਰਿਆਦਾ ਖਾਲਸੇ ਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਹੈ, ਸਿੰਘ ਹੋਣ ਵਾਲਾ ਨਾਮ ਕਰਕੇ ਗੁਰੂ ਨਾਲ ਜਿਹੜਾ ਜੁੜਦਾ ਹੈ, ਦਾੜੀ ਤੇ ਕੇਸ ਰੱਖ ਕੇ ਗੁਰੂ ਦਾ ਰੂਪ ਧਾਰਨ ਕਰਨਾ, ਗੁਰੂ ਤੋਂ ਲੈ ਕੇ ਅੰਤਰੀਵ ਆਤਮੇ ਗੁਰੂ ਦੇ ਨਾਲ ਜੁੜਨਾ, ਇਹ ਵੀ ਸਾਡੀ ਗੁਰੂ ਨਾਲ ਨੇੜਤਾ ਦਰਸਾਉਂਦਾ ਹੈ। ਗੁਰੂ ਨਾਲ ਨੇੜਤਾ ਹੈ। ਜੇ ਪਹਿਲਾਂ ਹੀ ਕਰਮ ਅਸੀਂ ਨਹੀਂ ਕੀਤਾ, ਜੇ ਸਰੂਪ ਵੀ ਗੁਰੂ ਦਾ ਬਖਸ਼ਿਆ ਹੋਇਆ ਵੀ ਅਸੀਂ ਕਾਇਮ ਨਾ ਰੱਖ ਸਕੇ, ਇਹਦਾ ਮਤਲਬ ਸਾਡੀ ਗੁਰੂ ਤੋਂ ਦੂਰੀ ਬਣ ਗਈ ਹੈ। ਪਾਪ ਕਰਨ ਲੱਗਿਆ, ਇਹ ਪਾਪ ਕਰਮ ਨੇ। ਪਾਪ ਕਰਮ ਕਰਨ ਲੱਗਿਆ ਸਾਨੂੰ ਇਹ ਫਲਸਫਾ ਭੁੱਲ ਚੁੱਕਾ ਹੈ, ਇਹ ਫਿਲਾਸਫੀ ਭੁੱਲ ਗਈ ਹੈ, ਗੁਰੂ ਦੇ ਸਿਧਾਂਤ ਭੁੱਲ ਚੁੱਕੇ ਹਨ। ਐਵੇਂ ਨਹੀਂ ਅਸੀਂ ਅੱਜ ਕਲੱਬਾਂ ਦੇ ਵਿੱਚ ਤੇ ਸਾਰਾ ਕੁਝ ਜੋ ਸਿੱਖ ਜਗਤ ਵਿੱਚ ਹੋ ਰਿਹਾ, ਮੈਂ ਬਾਰ-ਬਾਰ ਉਹਦਾ ਜ਼ਿਕਰ ਨਹੀਂ ਕਰ ਰਿਹਾ, ਜੋ ਕੁਝ ਹੋ ਰਿਹਾ ਕਿਉਂ ਹੋ ਰਿਹਾ, ਇਸੇ ਕਰਕੇ ਵੀ ਗੁਰੂ ਦੀ ਦੱਸੀ ਹੋਈ ਪਰੰਪਰਾਵਾਂ, ਫਿਲਾਸਫੀਆਂ, ਗੁਰੂ ਦੀ ਸਪਿਰਿਟ, ਗੁਰੂ ਦਾ ਦੱਸਿਆ ਸਰੂਪ ਸਾਡੇ ਤੋਂ ਲੋਪ ਹੋ ਗਿਆ। ਗੁਰੂ ਦਾ ਸਿਧਾਂਤ ਸਾਡੇ ਤੋਂ ਲੋਪ ਹੋ ਗਿਆ, ਨਾ ਸਰੂਪ ਰਿਹਾ ਨਾ ਸਿਧਾਂਤ ਰਿਹਾ। ਇਸ ਕਰਕੇ ਪਾਪ ਕਰਮਾਂ ਵੱਲ ਸਾਡਾ ਕੰਮ ਖਿੱਚਿਆ ਗਿਆ। ਪਾਪ ਕਰਨ ਤੋਂ ਇਹ ਚੀਜ਼ਾਂ ਸਾਨੂੰ ਰੋਕਦੀਆਂ ਹਨ, ਜਿਹੜੀ ਗੁਰੂ ਦੀ ਦੱਸੀ ਰਹਿਤ ਹੈ। ਜਦੋਂ ਕਿਤੇ ਪਾਪ ਕਰਨ ਦਾ ਹੋਵੇ, ਕੜਾ ਕਿਤੇ ਕਿਸੇ ਦਾ ਮਾੜਾ ਕਰਨਾ ਹੋਵੇ ਤੇ ਹੱਥ 'ਚ ਪਾਇਆ ਹੋਇਆ ਕੜਾ ਝੱਟ ਅੱਗੋਂ ਰੋਕ ਦਿੰਦਾ ਹੈ, ਇਹ ਕੜਾ ਨਹੀਂ, ਤੈਨੂੰ ਕੜੀ ਮਾਰੀ ਗਈ ਹੈ, ਇਹ ਕਰਮ ਨਹੀਂ ਕਰਨਾ। ਕਿਤੇ ਮਾੜਾ ਖਿਆਲ ਆ ਜਾਏ ਤਾਂ ਫਿਰ ਪਾਇਆ ਹੋਇਆ ਕਸ਼ਹਿਰਾ ਦੱਸਦਾ ਤੇਰਾ ਕਿਰਦਾਰ ਉੱਚਾ ਹੋਣਾ ਚਾਹੀਦਾ ਹੈ। ਦੇਖੋ ਇਹ ਚੀਜ਼ਾਂ ਐਵੇਂ ਨਹੀਂ ਗੁਰੂ ਪਾਤਸ਼ਾਹ ਨੇ ਬਖਸ਼ੀਆਂ, ਅਸੀਂ ਕੇਵਲ ਫਾਰਮੈਲਿਟੀ ਦੇ ਤੌਰ ਤੇ ਥੋੜੀਆਂ ਪਾਈਆਂ ਨੇ, ਤੇ ਫਾਰਮੈਲਿਟੀ ਦੇ ਤੌਰ ਤੇ ਪਾ ਲਈਆਂ। ਗੁਰੂ ਸਾਹਿਬ ਜੀ ਨੇ ਬਖਸ਼ੀ ਇਸੇ ਕਰਕੇ ਸੀ। ਇਹ ਸਾਨੂੰ ਪਾਪ ਕਰਨ ਤੋਂ ਰੋਕਦੀਆਂ ਹਨ। ਜਿਹੜਾ ਗੁਰੂ ਨੇ ਸਾਨੂੰ ਸਰੂਪ ਬਖਸ਼ਿਆ ਹੈ, ਗੁਰੂ ਨੇ ਸਾਨੂੰ ਰਹਿਤ ਬਖਸ਼ੀ ਹੈ, ਗੁਰੂ ਨੇ ਸਾਨੂੰ ਰਹਿਣੀ ਬਖਸ਼ੀ ਹੈ, ਇਹ ਸਾਨੂੰ ਪਾਪ ਕਰਮ ਕਰਨ ਤੋਂ ਰੋਕਦੀਆਂ ਹਨ। ਮਨ ਨੂੰ ਪਵਿੱਤਰ ਕਰਨ ਦਾ ਸਾਧਨ ਇਹ ਵੀ ਹੈ ਵੀ ਇਸ ਰਹਿਤ ਵਿੱਚ ਰਹਿੰਦੇ ਹੋਏ, ਗੁਰੂ ਦੀ ਦੱਸੀ ਹੋਈ ਮਰਿਆਦਾ ਵਿੱਚ ਰਹਿੰਦੇ ਹੋਏ ਅਸੀਂ ਸਿਮਰਨ, ਸਤ ਸੰਗਤ ਤੇ ਸੇਵਾ ਕਰੀਏ। ਪਾਪਾਂ ਤੋਂ ਬਚਣ ਦਾ ਇਹੋ ਹੀ ਢੰਗ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪੀ ਨੂੰ ਇਹ ਚੰਗਾ ਲੱਗਦਾ ਕਿਉਂਕਿ ਪਾਪੀ ਨੇ ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਛੱਡ ਦਿੱਤਾ, ਗੁਰੂ ਦੀ ਦੱਸੀ ਸਿਧਾਂਤ ਨੂੰ ਛੱਡ ਦਿੱਤਾ। ਪਾਪ ਲੱਦੇ ਪਾਪੇ ਪਸਾਰਾ, ਪਾਪਾਂ ਨਾਲ ਹੀ ਲੱਦਿਆ ਹੋਇਆ, ਭਰਿਆ ਹੀ ਪਾਪਾਂ ਨਾਲ ਹੈ, ਤੇ ਪਾਪਾਂ ਦਾ ਖਿਲਾਰਾ ਖਿਲਾਰਦਾ ਹਰ ਪਾਸੇ। ਪਾਪਾਂ ਦੇ ਜਿਹੋ ਜੀ ਬੰਦੇ ਦੀ ਆਪਣੇ ਅੰਦਰ ਹੈ ਉਹ ਵੀ ਵੱਡੇਗਾ ਨਾ, ਦੂਜਿਆਂ ਨੂੰ ਵੀ ਪ੍ਰੇਰਦਾ ਵੀ ਚੱਲ ਕੀ ਫਰਕ ਪੈਂਦਾ, ਛੱਡ ਇੱਕ ਪੈਗ ਤੂੰ ਹੀ ਲਾ ਲੈ, ਕੀ ਫਰਕ ਪੈਂਦਾ, ਇਹਦਾ ਕਿਹੜਾ ਗੁਰੂ ਨਾਨਕ ਦਾ, ਚੱਲ ਮੈਡੀ ਦਵਾਈ ਦੇ ਤੌਰ ਤੇ ਹੀ ਲੈ ਲੈ। ਇਹ ਕੀ ਹੈ? ਆਪ ਤਾਂ ਗਿਆ, ਦੂਜੇ ਨੂੰ ਵੀ ਡੋਬ ਦਿੱਤਾ। ਆਪ ਤਾਂ ਸੰਸਾਰ ਸਾਗਰ ਦੇ ਇਸ ਭਵ ਡੁੱਬਣਾ ਸੀ, ਦੂਜੇ ਨੂੰ ਵੀ ਡੋਬ ਦਿੱਤਾ। ਇਹ ਪਾਪੀ ਦਾ ਸੁਭਾਅ ਹੋਇਆ, ਪਾਪੀ ਦਾ ਸੁਭਾਅ ਹੋਈ ਹੁੰਦਾ ਹੈ ਕਿਉਂਕਿ ਉਹਨੂੰ ਪਾਪ ਪਿਆਰਾ ਲੱਗਦਾ ਹੈ, ਪਾਪਾਂ ਨਾਲ ਲੱਦਿਆ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਮਾਰੂ ਰਾਗ 'ਚ ਇੱਕ ਬਚਨ ਲਿਖਿਆ, ਸਾਹਿਬ ਜੀ ਦੇ ਪਾਵਨ ਪੰਖ 1019 1020 ਤੇ ਸ਼ਬਦ ਲੰਬਾ ਹੈ, ਉਹਦੇ 'ਚ ਬੜੇ ਪਿਆਰ ਦੀ ਕਹਾਣੀ ਸਾਰੀ ਦੱਸੀ ਹੈ। ਕਹਿੰਦੇ ਪਾਪ ਕਰੇਂਦੜ ਸਰ ਪਰ ਮੁੱਠੇ। ਕਦੀ ਪੜ੍ਹ ਕੇ ਦੇਖੀਏ ਸ਼ਬਦਾਂ ਨੂੰ ਕਿੰਨਾ ਸਵਾਦ ਆਉਂਦਾ ਹੈ। ਪਾਪ ਕਰੇਂਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ। ਲੈ ਹੁਣ ਇਹ ਸਜਾਇਆ, ਦੋਜਕ ਪਾਏ ਸਿਰਜਣਹਾਰੇ, ਲੇਖਾ ਮੰਗੈ ਬਾਣੀਆਂ। ਹੁਣ ਫਿਰ ਅੱਗੇ ਕਹਿੰਦੇ ਨੇ ਕਿਸੇ ਨੇ ਨਹੀਂ ਨਾਲ ਜਾਣਾ ਜਿਨ੍ਹਾਂ ਲਈ ਪਾਪ ਕੀਤੇ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵਿਦੇਸਾ। ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ। ਖੁਸ਼ ਲੈਂਦਾ ਵਸਤ ਪਰਾਈ। ਕਿਆ ਖੁਸ਼ ਹੋ ਕੇ ਲੈਂਦਾ ਪਰਾਈ ਵਸਤੂ ਨੂੰ। ਗੁਰੂ ਸਾਹਿਬ ਤਾਂ ਕਹਿੰਦੇ ਨੇ ਤੂੰ ਪਰਾਈ ਆ ਛੱਡ ਦੇ, ਹੱਕ ਨਾ ਮਾਰ।
ਅਸੀਂ ਪੜ੍ਹੀ ਵੀ ਜਾਂਦੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਤੇ ਹੱਕ ਮਾਰੀ ਵੀ ਜਾ ਰਹੇ ਹਾਂ, ਠੱਗੀਆਂ ਵੀ ਕਰੀ ਜਾ ਰਹੇ ਹਾਂ, ਪਾਪ ਵੀ ਕਰੀ ਜਾ ਰਹੇ ਹਾਂ, ਪੁੰਨ ਦੀਆਂ ਗੱਲਾਂ ਵੀ ਜਾਣਦੇ ਹਾਂ। ਖੁਸ਼ ਲਿੰਦਾ ਬਸਤ ਪਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਹੋਣਾ ਕੀ ਹੈ? ਕਹਿੰਦੇ ਇਹ ਨਹੀਂ ਤੈਨੂੰ ਸਮਝ। ਰਿਜ਼ਲਟ ਕੀ ਹੈ? ਕਹਿੰਦੇ ਇਹ ਨਹੀਂ ਤੈਨੂੰ ਪਤਾ ਲੱਗਾ। ਬਸ ਹੁਣ ਤੇ ਮਸਤ ਹੈ ਤੂੰ ਆਪਣੇ ਕੰਮ ਕਰਨ ਦੇ ਵਿੱਚ। ਫਿਰ ਕਹਿੰਦੇ ਹੋਣਾ ਕੀ ਹੈ? ਲੈ ਦੱਸ, ਸੁਣ ਲਾ ਉਹਦਾ ਰਿਜ਼ਲਟ ਕੀ ਹੈ। ਜਮ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜਿਨ ਕੀਤਾ ਤਿਸੇ ਨਾ ਜਾਣੇ, ਅੰਧਾ ਤਾਂ ਦੁੱਖ ਸਹੇ ਪ੍ਰਾਣੀਆਂ। ਇਹ ਉਹਦੀ ਸਜਾਈ ਕਿਹੜੀ? ਜਮ ਮਰੇ ਫਿਰ ਜੰਮੇ, ਜੰਮਦਾ ਮਰਦਾ, ਮਰਦਾ ਜੰਮਦਾ, ਜੰਮਦਾ ਮਰਦਾ। ਸਭ ਤੋਂ ਵੱਡਾ ਸਜ਼ਾ ਇਹ ਹੈ ਇਨਸਾਨ ਲਈ। ਬਹੁਤ ਸਜਾਏ ਪਿਆ ਦੇਸ਼ ਲੰਮੇ, ਪਤਾ ਨਹੀਂ ਕਿੰਨੀ ਕੁ ਵਾਰ ਇਹ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਜਿਨ ਕੀਤਾ ਕਿਸੇ ਨਾ ਜਾਣੀ, ਅੰਧਾ ਉਹ ਅੰਨਿਆ। ਪਾਪ ਕਰਦਿਆਂ ਤੈਨੂੰ ਪਤਾ ਹੀ ਨਹੀਂ, ਜਿਹਨੇ ਤੈਨੂੰ ਬਣਾਇਆ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ। ਤਾਂ ਦੁੱਖ ਸਹੇ ਪ੍ਰਾਣੀਆਂ, ਦੁੱਖ ਸਹਿਣਾ ਪਏਗਾ। ਇਹ ਪਾਪ ਲੱਦੇ ਪਾਪੀ ਪਸਾਰਾ ਹੈ, ਪਾਪੇ ਪਸਾਰਾ ਉਹਦਾ ਕੰਮ ਹੀ ਹੈ। ਪਾਪ ਦਾ ਕਰਮ ਜਿਹੜਾ ਹੈ ਉਹ ਇਨਸਾਨ ਨੂੰ ਇਖਲਾਕ ਤੋਂ ਥੱਲੇ ਸੁੱਟ ਦਿੰਦਾ ਹੈ। ਇਸੇ ਵਾਸਤੇ ਸਤਿਗੁਰੂ ਜੀ ਕਹਿੰਦੇ ਪਰ ਪਾਪੀ ਨੂੰ ਚੰਗਾ ਲੱਗਦਾ ਹੈ। ਤੇ ਸਤਿਗੁਰੂ ਫਿਰ ਉਹ ਵੀ ਗੱਲ ਕਹਿੰਦੇ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜੋ ਮਤ ਮਧਾਣੀਆਂ ਤੇ ਮੱਥੇ ਧਰਮ ਰਾਏ। ਫਿਰ ਸਜ਼ਾ ਵੀ ਤਾਂ ਨਾਲ ਹੀ ਹੈ ਨਾ। ਅਸੀਂ ਬੜੇ ਸਲੋਕ ਪੜ੍ਹ ਲੈਂਦੇ ਹਾਂ, ਬੜਾ ਪਿਆਰ ਨਾਲ ਗਾ ਕੇ ਪੜ੍ਹ ਲੈਂਦੇ ਹਾਂ, ਪਾਪੀ ਕਰਮ ਕਮਾਵੇ ਕਰਦੇ ਹਾਏ ਹਾਏ, ਅਸੀਂ ਪੜ੍ਹਦੇ ਹਾਂ ਨਾ। ਪਰ ਕਹਿੰਦੇ ਸਜ਼ਾ ਕੀ ਹੈ? ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਹਿ। ਜਿਹੜਾ ਦੁੱਧ ਰਿੜਕਦੀ ਨਾ ਮਧਾਣੀ, ਕੱਢ ਕੇ ਸਾਰੀ ਰਿਜ਼ਲਟ ਵੱਖਰਾ ਤੇ ਦੂਜਾ ਵੱਖਰਾ, ਇਹ ਵੀ ਹਾਲ ਹੋਏਗਾ। ਪਰ ਪਾਪ ਲੱਦੇ ਪਾਪੇ ਪਸਾਰਾ। ਸਾਹਿਬ ਜੀ ਕਹਿੰਦੇ ਪਾਂਡੇ ਦੇਖ, ਗੋਪਾਲ ਦਾ ਨਾਮ ਲਿਖਣ ਤੋਂ ਬਿਨਾ, ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ ਪਾਪ ਕਰਮ ਹੁੰਦੇ ਨੇ। ਪਰ ਪਾਪੀ ਪਾਪ ਕਰਦਾ ਵੀ ਉਹਨੂੰ ਪਾਪ ਪਿਆਰਾ ਲੱਗਦਾ ਹੈ, ਉਹਨੂੰ ਪਿਆਰਾ ਲੱਗਦਾ ਹੈ। ਤੇ ਸਤਿਗੁਰੂ ਜੀ ਫਿਰ ਅੱਗੇ ਜਵਾਬ ਕੀ ਦਿੰਦੇ? ਕਹਿੰਦੇ ਨੇ ਕਰ ਕਰ ਪਾਪ ਦਰਬ ਕੀਆ, ਵਰਤਨ ਕੈ ਤਾਈ, ਮਾਟੀ ਸਿਓ ਮਾਟੀ ਰਲੀ ਨਾਂਗਾ ਉੱਠ ਜਾਈ। ਕਰ ਕਰ ਪਾਪ ਦਰਬ ਕੀਆ, ਵਰਤਨ ਕੈ ਤਾਈ, ਬਿਲਾਵਲ ਰਾਗ ਦਾ ਸ਼ਬਦ ਹੈ ਗੁਰੂ ਪਾਤਸ਼ਾਹ ਜੀ ਦਾ। ਮਾਟੀ ਸਿਓ ਮਾਟੀ ਰਲੀ ਨਾਂਗਾ ਉੱਠ ਜਾਈ, ਜਾਂ ਕੇ ਕੀਆ ਸ਼ਰਮ ਕਰੇ ਤੇ ਵੈਰ ਵਿਰੋਧੀ, ਅੰਤ ਕਾਲ ਭੱਜ ਜਾਏਂਗੇ ਕਾਹੇ ਚਲੋ ਕੁਰਦੀ। ਕਿਸੇ ਨੇ ਸਾਥ ਨਹੀਂ ਦੇਣਾ। ਜਿਨ੍ਹਾਂ ਦੇ ਲਈ ਸਾਰੇ ਪਾਪ ਕੀਤੇ ਨੇ ਨਾ, ਲੋ ਮੇਰੇ ਬੱਚੇ ਸੁਖ ਰਹਿਣ ਜੀ, ਅਸੀਂ ਬੱਚਿਆਂ ਨੂੰ ਬਣਾ ਲਈਏ, ਉਹਨਾਂ ਲਈ ਜੋੜ ਲਈਏ, ਉਹਨਾਂ ਲਈ ਕਰ ਲਈਏ, ਇਹੋ ਹੀ ਹੈ ਨਾ। ਪਰ ਸਤਿਗੁਰੂ ਕਹਿੰਦੇ ਕਰ ਕਰ ਪਾਪ ਦਰਬ ਕੀਆ, ਵਰਤਨ ਕੈ ਤਾਈ, ਮਾਟੀ ਸਿਓ ਮਾਟੀ ਰਲੀ ਨਾਂਗਾ ਉੱਠ ਜਾਈ, ਜਾਂ ਕੇ ਕੀਏ ਸ਼ਰਮ ਕਰੇ ਤੇ ਵੈਰ ਵਿਰੋਧੀ, ਅੰਤ ਕਾਲ ਭੱਜ ਜਾਏਂਗੇ ਕਾਹੇ ਜਲੋ ਕਰੋਧੀ। ਕਿੱਥੇ? ਇਹ ਤਾਂ ਤੈਨੂੰ ਸਮਝ ਹੀ ਨਾ ਆਈ, ਕਿਉਂਕਿ ਤੇਰਾ ਪਸਾਰਾ ਪਾਪਾਂ ਦਾ ਹੈ। ਜੀਵਨ ਵਿੱਚ ਪਾਪ ਹੀ ਪਾਪ ਹਨ। ਪਾਪੇ ਨਾਲ ਲੱਦਿਆ ਹੋਇਆ ਪਾਪ ਖਿਲਾਰਦਾ ਹੈ। ਪਰ ਹਰ ਪਾਪ ਪਛਾਣੇ ਆਪ, ਪਰ ਹਰ ਦਾ ਹੁੰਦਾ ਤਿਆਗਣਾ। ਪਰ ਹਰ ਦਾ ਅਰਥ ਹੁੰਦਾ ਤਿਆਗਣਾ। ਤੇ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣ ਲਵੇ, ਮੈਂ ਕੀ ਹਾਂ। ਪਛਾਣੇ ਆਪ ਦਾ ਮਤਲਬ ਕੀ? ਆਪਣੇ ਅਸਲੇ ਨੂੰ ਪਛਾਣ, ਤੂੰ ਹੈ ਕੀ ਚੀਜ਼, ਤੂੰ ਆਇਆ ਕੀ ਕਰਨਾ ਹੈ। ਸਵਾਲ ਤਾਂ ਕਰ ਆਪਣੇ ਆਪ ਨੂੰ ਵੀ ਤੂੰ ਪਾਪ ਕਰਮ ਕਰਨ ਲਈ ਆਇਆ। ਫਿਰ ਆਪਣੇ ਨੂੰ ਸਵਾਲ ਕਰਕੇ ਦੇਖ, ਤੈਨੂੰ ਸਮਝ ਆ ਜਾਏਗੀ। ਫਿਰ ਪਾਪ ਕਰਮ ਛੁੱਟ ਜਾਂਦੇ ਨੇ।
पर सतगुरु जी कहते पर हर पाप पछाणे आप, फिर ना तिस सोग विजोग संताप। फिर उसनों कोई चिंता नहीं, उसनों कोई विछोड़ा नहीं, ते उन्होंने कोई दुख नहीं। ਜਿਹੜਾ ਪਾਪਾਂ ਨੂੰ ਤਿਆਗ ਕਰਦਾ ਹੈ, ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ। ਵਿਜੋਗ ਦਾ ਅਰਥ ਹੈ ਵਿਛੋੜਾ, ਸੋਗ ਦਾ ਅਰਥ ਹੁੰਦਾ ਅਫਸੋਸ, ਤੇ ਸੰਤਾਪ ਦਾ ਅਰਥ ਹੈ ਦੁੱਖ। ਦੇਖੋ ਗੁਰੂ ਪਾਤਸ਼ਾਹ ਜੀ ਕਿੰਨੀ ਸਪਸ਼ਟ ਜਿਹੀਆਂ ਗੱਲਾਂ ਸਮਝਾਉਂਦੇ ਨੇ। ਕਹਿਣ ਲੱਗੇ ਨੇ ਸਤਿਗੁਰੂ ਕਹਿੰਦੇ ਉਹ ਪਾਂਡੇ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਨਾਲ, ਪ੍ਰਭੂ ਦੀ ਸਿਫਤ ਸਲਾਹ ਕਰਨ ਵਿੱਚ ਇਹੋ ਬਰਕਤ ਮਿਲਦੀ ਹੈ ਕਿ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਈਦਾ ਹੈ। ਫਿਰ ਸੰਸਾਰ ਸਮੁੰਦਰ 'ਚ ਨਹੀਂ ਡੁੱਬੀਦਾ। ਪਰ ਪਾਪੀ ਬੰਦੇ ਪਰਮਾਤਮਾ ਨੂੰ ਦੀ ਬੰਦਗੀ, ਪਰਮਾਤਮੀ ਬੰਦੇ ਨੂੰ ਚੰਗੀ ਨਹੀਂ ਲੱਗਦੀ। ਇਹ ਤਾਂ ਸਾਖਤ ਹਨ, ਇਹ ਤਾਂ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਹੈ। ਸਾਖਤ ਕੀ ਬਿਦ ਨੈਣੋ ਡੀਠੀ ਵਾਲੀ ਗੱਲਬਾਤ ਹੈ। ਇਹ ਤਾਂ ਜਿਹੜਾ ਸੁਭਾਅ ਪਾਪੀ ਦਾ ਹੈ ਉਹਨੂੰ ਚੰਗੀ ਨਹੀਂ ਲੱਗਦੀ ਗੱਲ, ਉਹਨੂੰ ਪਰਮਾਤਮਾ ਦੀ ਵਡਿਆਈ ਸਿਖਾਉਂਦੀ ਨਹੀਂ, ਉਹਨੂੰ ਇਹ ਸੁੱਖ ਮਾਨਣ ਦੀ ਇੱਛਾ ਹੀ ਨਹੀਂ ਅੰਦਰ ਪ੍ਰਗਟ ਹੁੰਦੀ ਕਿ ਮੈਂ ਵਾਹਿਗੁਰੂ ਦੇ ਨਾਮ ਦਾ ਕੋਈ ਸੁੱਖ ਮੰਨ ਲਵਾਂ, ਕਿਉਂਕਿ ਪਾਪਾਂ ਦਾ ਪਸਾਰਾ ਹੈ। ਮੱਖੀ ਵਰਗਾ ਸੁਭਾਅ ਹੈ ਪਾਪੀ ਦਾ। ਖੁਸ਼ਬੂ ਵਾਲੇ ਚੰਦਰ ਨੂੰ ਛੱਡ ਕੇ ਤੇ ਗੰਦਗੀ ਤੇ ਜਾ ਕੇ ਬਹਿੰਦੀ ਹੈ। ਮੱਖੀ ਦਾ ਸੁਭਾਅ ਕੀ ਹੈ? ਪਾਪੀ ਵੀ ਇਸ ਤਰ੍ਹਾਂ ਹੀ ਕਰਦਾ ਹੈ, ਜਿੱਥੇ ਔਗਣਾ ਨੂੰ ਉੱਥੇ ਹੀ ਜਾਂਦਾ ਹੈ, ਜਿੱਥੇ ਪ੍ਰਭੂ ਦੀ ਬੰਦਗੀ ਆ ਉੱਥੇ ਨੇੜੇ ਨਹੀਂ ਟੁਕਦਾ। ਪਾਪੀ ਦਾ ਸੁਭਾਅ ਹੈ। ਕਬੀਰ ਪਾਪੀ ਭਗਤ ਨਾ ਭਾਵਈ, ਸ਼ਲੋਕ ਨੰਬਰ 68 ਹੈ ਭਗਤ ਜੀ ਦਾ। ਉਹਨੂੰ ਚੰਗੀ ਨਹੀਂ ਲੱਗਦੀ। ਹਰ ਪੂਜਾ ਨਾ ਸੁਹਾਏ, ਪਾਪੀ ਭਗਤ ਨਾ ਭਾਵਈ, ਭਗਤੀ ਨਹੀਂ ਚੰਗੀ ਲੱਗਦੀ। ਭਗਤ ਦੇ ਤੱਤ ਨੂੰ ਸਿਹਾਰੀ ਦਾ ਅਰਥ ਹੈ ਭਗਤੀ। ਉਹਨੂੰ ਹਰੀ ਦੀ ਪੂਜਾ ਚੰਗੀ ਨਹੀਂ ਲੱਗਦੀ। ਕਿਸ ਤਰ੍ਹਾਂ? ਜਦੋਂ ਮਾਖੀ ਚੰਦਨ ਪਰਹਰੇ, ਜੇ ਬਿਗੰਧ ਤੈ ਜਾਏ। ਜਿੱਥੇ ਬਦਬੂ ਆ ਉੱਥੇ ਜਾ ਕੇ ਬਹਿਣਾ, ਗੰਦਗੀ ਤੇ ਬਹਿਣਾ। ਪਾਪੀ ਦਾ ਸੁਭਾਅ ਵੀ ਗੰਦਗੀ ਤੇ ਜਾਣਾ, ਪਾਪਾਂ ਦਾ ਖਿਲਾਰਾ ਕਰਨਾ। ਪਰ ਜੇ ਆਪਣੇ ਆਪ ਨੂੰ ਪਛਾਣ ਲਵੇ, ਸਾਹਿਬ ਜੀ ਕਹਿੰਦੇ ਫਿਰ ਕੀ ਹੁੰਦਾ? ਨਾ ਤੇ ਸੋਗ ਵਿਜੋਗ ਸੰਤਾਪ। ਫਿਰ ਉਹਨੂੰ ਵਿਛੋੜੇ ਤੇ ਦੁੱਖ ਨੇੜੇ ਨਹੀਂ ਆਉਂਦੇ। ਨਰਕ ਪੜਨ ਤੋਂ ਕਿਉਂ ਰਹੇ, ਕਿਉਂ ਬੰਚੈ ਜਮ ਕਾਲ। ਕਿਉਂ ਆਵਨ ਜਾਣਾ ਵਿਸਰੇ, ਝੂਠਾ ਬੁਰਾ ਖੈ ਕਾਲ। ਨਰਕ ਕੱਕੇ ਨੂੰ ਸਿਹਾਰੀ ਨਰਕ ਵਿੱਚ। ਬੰਚੇ ਦਾ ਅਰਥ ਹੈ ਠੱਗਿਆ ਜਾਣਾ, ਟਾਲ ਦੇਣਾ। ਕਿਉਂ ਰਹੇ, ਕਿਉਂ ਬੰਚੇ ਜਮ ਕਾਲ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਝੂਠ, ਇਹ ਪਾਪ, ਇਹ ਪਾਂਡੇ ਦੇਖ, ਇਹ ਝੂਠ ਤੇ ਇਹ ਪਾਪ ਮਨੁੱਖ ਦੇ ਆਤਮਿਕ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ, ਤਬਾਹ ਕਰ ਦਿੰਦਾ ਹੈ। ਤੇ ਦੱਸੋ ਜੀ ਫਿਰ ਇਹ ਜੰਮਣ ਮਰਨਾ ਕਿਵੇਂ ਮੁੱਕੇ? ਨਰਕ ਪੜਨ ਤੋਂ ਜਨਮਣ ਮਰਨਾ ਕਿਵੇਂ ਮੁੱਕੇ? ਕਿਉਂ ਬਚੇ, ਕਿਉਂ ਰਹੇ, ਕਿਵੇਂ ਖਤਮ ਹੋਵੇ? ਫਿਰ ਕਹਿੰਦੇ ਨੇ ਆ ਜਮਕਾਲ ਨੂੰ ਕਿਵੇਂ ਠੱਗੀਏ, ਭਾਵ ਇਹਦੇ ਤੋਂ ਕਿਵੇਂ ਬਚੀਏ? ਮੌਤ ਦੀ ਫਾਹੀ ਦਾ, ਮੌਤ ਦਾ ਡਰ ਕਿਵੇਂ ਮੁੱਕੇ? ਨਰਕ ਪੜਨ ਤੋਂ ਕਿਉਂ ਰਹੇ, ਕਿਉਂ ਬੰਚੇ ਜਮਕਾਲ। ਮੌਤ ਦਾ ਡਰ ਕਿਵੇਂ ਦੂਰ ਹੋਵੇ, ਕਿਵੇਂ ਟਾਲ ਸਕਦੇ ਆ, ਕਿਵੇਂ ਹੋ ਸਕਦਾ ਹੈ? ਕਿਉਂ ਆਵਨ ਜਾਣਾ ਵਿਸਰੇ, ਕਿਵੇਂ ਆਮਨ ਜਾਣ ਤੋਂ ਸਾਡੀ ਖਲਾਸੀ ਹੋ ਸਕਦੀ ਹੈ? ਜੰਮਣ ਮਰਨਾ ਕਿਵੇਂ ਮੁੱਕ ਸਕਦਾ ਹੈ? ਝੂਠ ਬੁਰਾ ਖੈ ਕਾਲ। ਝੂਠ ਬੁਰਾ, ਚੰਦਰਾ ਝੂਠ, ਮਾੜਾ ਝੂਠ। ਕਹਿੰਦੇ ਨਾ ਅਸੀਂ ਆਮ ਤੌਰ ਤੇ ਵਰਤਦੇ ਨੇ, ਚੰਦਰਾ ਲਫ਼ਜ਼ ਆਮ ਵਰਤੇ ਜਾਂਦੇ ਨੇ। ਝੂਠ ਬੁਰਾ, ਇਹ ਬੁਰਾ ਝੂਠ, ਚੰਦਰਾ ਝੂਠ।
बुरा, पाप रूपी भैड़ी मौत, खै, खै का अर्थ होता है नाश करने वाला, आत्मिक जीवन ਨੂੰ तबाह करने वाला, खै। दसो जी, सतगुरु जी कहते ने भी ये क्यों आवन जाना बिसरे, झूठ बुरा खै काल। कद तक जम्मन मरना मुक्के, कदों मुक्केगा? तद तक नहीं मुकना जब तक झूठ आत्मिक जीवन की तबाही कर रहा है, तब तक नहीं मुकना। ना ही मौत का डर खत्म होना है, ना ही मौत का डर बह सकता, ना ही आवागम का फाही जी है कट्टी जानी है, ना ही आवागम तो साडा छुटकारा होना है जब तक असीं कर्मां तो नहीं बचते। फिर पातशाह जी बचन करते, मन जंजाली बेड़िया भी जंजाला माहे, बिन नावे क्यों छूटिया पापे पचे पचाहे। जंजाली जंजालां विच, बेड़िया का अर्थ है फसिया होया, लपेटिया होया, पूरी तरह घिरिया होया। मन जंजालां विच पूरी तरह घिरिया होया। ते कहंदे ने फिर है भी जंजालां विच ही है, ते भी जंजालां मैं होर जंजाल इकट्ठे करी जांदा। लो पापी मनुख जिहड़ा है पापां विच इन्ना घिर जांदा कि फिर होर पाप करदा है। हुण पिछले बचाउण दे लई, अपने छपाउण दे लई अगले होर पाप करदा, होर चोरियां, होर ठगियां, होर बेनामियां करदा है। पर सतगुरु जी कहंदे भी तू है तो परदेसी, तू इन्हां जंजालां च क्यों पै गया? गुरु नानक पातशाह जी कहन लगे भी ये है परदेसी है, पर जंजालां च की ने पापां दी तेरी दीवार क्यों तेरे दुआले खड़ी हो गई? क्यों इन्हां पाप कमा रहा है, इन्हां जंजालां दी करके, इन दुनिया दे धंधियां दी, दुनिया दे पैसे दी खातर, दौलत दी खातर, बच्चों दी खातर क्यों पापां दी कमाई कर रहा है? पापां दी कमाई तो गुरु नूं भी चंगी नहीं लगती। जदों मलक भागो कोल गुरु नानक पातशाह गए, जदों ने पूछा भी तुसीं मेरे ब्रह्म भोज विच क्यों नहीं शामिल हो रहे, ते सतगुरु जी ने कहा भी तेरी इस कमाई विच गरीबां दा खून है। वो कहन लगा हो तुसीं भोजन खाधा नहीं, भोजन देखिया नहीं, 36 प्रकार का भोजन मैं तैयार किया, तुहानूं इह कित्थों पता लग गया मैं गरीबां दा खून है? ते गुरु नानक पातशाह दा जवाब बड़ा वधिया सी। कहन लगे मलक भागो, किक्कर दे बीज नूं कंडे नहीं हुंदे, पर किक्कर दा बीज जदों धरती विच बीज दईए उत्थे किक्कर दे रुख पैदा हुंदे ने, कदी अंगूर नहीं लगदे, लंबीआं सूलां ही लगदियां ने। किक्कर दे बूटे नूं सूलां लगदियां ने, कदी अंगूर नहीं लगदे। किहदा दिल करदा है 36 प्रकार दे भोजन छड्ड के कोदरा खाण नूं, पर किहदा दिल करदा है खंड विच लपेटी होई ਜ਼ਹਿਰ खाण नूं? गुरु नानक पातशाह अहमदाबाद की धरती ते बोले हुए बोल ने। सतगुरु गुरु नानक पातशाह लालो की कोदरे की रोटी खांदे ने, लेकिन पापा नाल कीती हुई कमाई उन्हां नूं परवाह नहीं सी। सतगुरु जी ने वो गल परवाह नहीं की, और यह भी गल कह दी थी जे रत लगे कपड़े जामा होए पलीत, ते जिहड़े मनुखां दी रत पींदे ने, हक मारते ने, पाप करते ने, ठगते ने, दसो उन्हां दे चित्त किवें पवित्र हो सकते हैं? कपड़े नूं खून लग जाए कहते कपड़ा गंदा हो गया। गुरु नानक पातशाह कहते जे रत लगे कपड़े जामा हुए पलीत, जो रत पीवे मानसा तिन क्यों निर्मल चीत। दस उन्हां दे चित्त किवें पवित्र ने? झगड़ा तो असीं कर लिया भी आख खाना ऐ नहीं खाना, तो गुरु पातशाह तो यह कहते मनुखां दी रत पीण वाले कोई बंदा मार के थोड़ी पीना सी। हक मार की गल है, ठगियां की गल है, बेनामियां की गल है, चोरियां की गल है, यारियां की गल है। ये रत लगी हुई सानू, ये रत असीं पीने हैं। जीवन की खेड साडी इहो जी है।
तो सतगुरु जी सच्चे पातशाह कहन लगे, पापी बंदे नूं परमात्मा दी बंदगी चंगी लगदी नहीं, ਉਹਨੂੰ ਉਹਦੀ ਸਿਫਤ ਸਲਾਹ ਸਿਖਾਉਂਦੀ ਨਹੀਂ, ਉਸ ਨੂੰ ਸੁਖ ਮੰਨਣ ਦੀ ਕਦੀ ਇੱਛਾ ਹੀ ਅੰਦਰ ਪ੍ਰਗਟ ਨਹੀਂ ਹੋਈ। ਤੇ ਫਿਰ ਕਹਿੰਦੇ ਨੇ, ਓਏ ਪਰਦੇਸੀਆ, ਜੰਜਾਲਾਂ 'ਚ ਕਿਉਂ ਫਸਿਆ ਹੋਇਆ, ਜੰਜਾਲਾਂ 'ਚ ਕਿਉਂ ਫਸਿਆ ਹੋਇਆ, ਕਦੀ ਵੇਖਿਆ ਹੀ? ਮੱਛੀ ਫੜਨ ਜਾਂਦਾ ਝੀਵਰ, ਪਾਣੀ ਵਿੱਚ ਜਾਲ ਸੁੱਟਦਾ ਹੈ, ਤੇ ਉਹ ਜਾਲ 'ਚ ਇੱਕ ਕੁੰਡੀ 'ਚ ਥੋੜਾ ਜਿਹਾ ਮਾਸ ਪਰੋ ਕੇ ਅੱਗੇ ਸੁੱਟ ਦਿੰਦਾ। ਕਿਆ ਐਸ਼ ਕਰਦੀ ਸੀ ਮੱਛੀ, ਪਾਣੀ ਵਿੱਚ ਤਾਰੀਆਂ ਲਾਂਦੀ ਸੀ, ਜਿੱਧਰ ਦਿਲ ਕਰਦਾ ਉਹ ਜਾਂਦੀ। ਪਰ ਉਹ ਲਾਲਚ ਵਿੱਚ, ਇੱਕ ਬੂਟੀ ਦੇ ਲਾਲਚ ਵਿੱਚ, ਪਾਣੀ, ਮੱਛੀ, ਪਾਣੀਆਂ ਤੇ ਤਾਰੀਆਂ ਲਾਉਣ ਵਾਲੀ, ਖੁੱਲੀ ਥਾਂ ਤੇ ਫਿਰਨ ਵਾਲੀ ਝੀਵਰ ਦੇ ਜਾਲ 'ਚ ਫਸ ਗਈ। ਤੇ ਫਿਰ ਹੋਇਆ ਕੀ? ਹੁਣ ਪਾਣੀ ਤੋਂ ਵਿਛੜ ਗਈ ਤੇ ਅੱਖਾਂ ਭਰਦੀ ਹੈ। ਹੁਣ ਉਹਨੂੰ ਪਤਾ ਲੱਗਾ ਵੀ ਮੈਂ ਗਲਤ ਕੰਮ ਕਰ ਲਿਆ, ਸਾਡੇ ਨਾਲ ਮੱਛੀ ਚੰਗੀ ਹੈ। ਕਮ ਸੇ ਕਮ ਉਹਨੂੰ ਇਹ ਗੱਲ ਦੀ ਸਮਝ ਤਾਂ ਆ ਗਈ ਵੀ ਮੈਂ ਪਾਣੀ ਤੋਂ ਵਿਛੋੜੇ ਕਰਕੇ ਇਉਂ ਹੋ ਗਿਆ। ਮੱਛੀ ਨੂੰ ਗੱਲ ਤਾਂ ਸਮਝ ਆ ਗਈ ਨਾ, ਸਾਨੂੰ ਤਾਂ ਉਹ ਵੀ ਸਮਝ ਨਾ ਆਈ। ਅਸੀਂ ਤਾਂ ਫਿਰ ਪਾਪ ਕਰਦੇ ਨਹੀਂ ਕਦੀ ਥੱਕਦੇ। ਜੀਵ ਜਗਤ ਦੇ ਮਿੱਠੇ ਪਦਾਰਥਾਂ ਲਈ ਪਾਪ ਕਰਦਾ ਹੈ, ਪਰ ਜਦੋਂ ਇਹਦੀ ਜਿੰਦ ਦੁੱਖਾਂ ਦੇ ਮੂੰਹ ਦੇ ਵਿੱਚ ਪੈਂਦੀ ਹੈ ਨਾ, ਇਕੱਠੇ ਕੀਤੇ ਪਦਾਰਥ ਵੀ ਇਹਦਾ ਸਾਥ ਛੱਡ ਜਾਂਦੇ ਹਨ। ਜਿਹੜੇ ਪਾਪ ਕਰ ਕਰਕੇ ਇਕੱਠੇ ਕੀਤੇ ਸੀ ਉਹ ਵੀ ਸਾਥ ਛੱਡ ਜਾਂਦੇ ਆ। ਤੇ ਸਾਹਿਬ ਕਹਿੰਦੇ, ਉਹ ਭੁੱਲਿਆ ਪਰਦੇਸੀਆ, ਇਹਨਾਂ ਜੰਜਾਲਾਂ ਨਾਲ ਜੀਵਨ ਦੀ ਬਾਜੀ ਹਾਰ ਜਾਏਗਾ। ਮਨ ਜੰਜਾਲੀ ਵੀੜਿਆਂ ਵਾਲੀ ਗੱਲ ਤੇਰੀ ਬਣੀ ਹੋਈ ਹੈ। ਆਸਾ ਰਾਗ 'ਚ ਇੱਕ ਬਚਨ ਲਿਖਦੇ ਪਾਤਸ਼ਾਹ ਜੀ, ਮੇਰੇ ਜੀੜਿਆ ਪਰਦੇਸੀਆ, ਕਿਤ ਪਵੇਂ ਜੰਜਾਲੇ ਰਾਮ। ਮੇਰੇ ਜੀੜਿਆ ਪਰਦੇਸੀਆ, ਆਹਾ, ਕਿਤ ਪਵੇਂ ਜੰਜਾਲੇ ਰਾਮ। ਸਾਚਾ ਸਾਹਿਬ ਮਨ ਵਸੇ, ਕੀ ਫਾਸੇ ਜਮ ਜਾਲੇ ਰਾਮ। ਲੋ ਜੀ, ਆ ਪਾਪ ਕਰਮ ਕੀ ਹੈ? ਨਾਲ ਦੱਸਦੇ ਹੋ, ਰੱਬ ਦੇ ਦੀਦਾਰ ਹੀ ਨਹੀਂ ਕਰਨ ਦਿੰਦੇ। ਮਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬਦਕ ਪਾਇਆ। ਸੰਸਾਰ ਮਾਇਆ ਮੋਹ ਮਿੱਠਾ, ਅੰਤ ਭਰਮ ਚੁਕਾਇਆ। ਮੱਛੀ ਦੀ ਹਾਲਤ ਹੈ। ਭਗਤ ਕਰ ਚਿਤ ਲਾਏ ਹਰਸਿਓ, ਛੋੜ ਮਨੋ ਅੰਦੇਸਿਆ। ਉਹ ਭੋਲਿਆ, ਜੰਜਾਲ ਤੋੜਨੇ ਤਾਂ ਆ ਕੰਮ ਕਰ। ਕਿਹੜੇ? ਭਗਤ ਕਰ, ਭਗਤੀ ਕਰ, ਬੰਦਗੀ ਕਰ, ਚਿਤ ਲਾਏ ਹਰਸਿਓ, ਛੋੜ ਮਨੋ ਅੰਦੇਸਿਆ। ਆਸਿਆਂ ਦੇਸਾ ਛੱਡ ਦੇ। ਸੱਚ ਕਹੇ ਨਾਨਕ, ਚੇਤ ਰੇ ਮਨ, ਉਹ ਜੀੜਿਆ ਪਰਦੇਸੀਆ। ਉਹ ਜੀੜਿਆ ਪਰਦੇਸੀਆ, ਤੈਨੂੰ ਸਹੀ ਗੱਲ ਕਰ ਰਿਹਾ, ਸੱਚ ਗੱਲ ਕਰ ਰਿਹਾ, ਕੀ ਸੱਚੀ ਗੱਲ ਤੈਨੂੰ ਸੁਣਾ ਰਿਹਾ ਵੀ ਜੰਜਾਲਾਂ ਚੋਂ ਬਾਹਰ ਨਿਕਲ ਤੇ ਉਹਦੇ ਵਿੱਚ ਚਿੱਤ ਜੋੜ। ਇਹ ਪਾਪ ਕਰਮਾਂ ਨਾਲ ਤੇਰੀ ਜ਼ਿੰਦਗੀ ਬਚ ਨਹੀਂ ਸਕੇਗੀ। ਬਿਨ ਨਾਮੇ ਕਿਉਂ ਛੁੱਟ ਗਏ, ਪਾਪੇ ਪਚੇ ਪਚਾਏ। ਵੀ ਜੀਵ ਪਾਪਾਂ ਤੋਂ, ਨਾਮ ਤੋਂ ਬਿਨਾਂ ਛੁੱਟ ਨਹੀਂ ਸਕਦਾ, ਤੇ ਪਾਪਾਂ ਵਿੱਚ ਮੁੜ ਮੁੜ ਕੇ ਹੋਰ ਦੁਖੀ ਹੁੰਦਾ ਰਹਿੰਦਾ ਹੈ। ਜਿਵੇਂ ਜਿਵੇਂ ਪਾਪ ਕਰਦਾ ਹੈ, ਜਿਵੇਂ ਜਿਵੇਂ ਕਰਮ ਕਰਦਾ ਹੈ, ਤਿਵੇਂ ਤਿਵੇਂ ਦੁੱਖਾਂ ਦੀ ਪੰਡ ਹੋਰ ਵੱਡੀ ਕਰੀ ਜਾਂਦਾ ਹੈ। ਤੇ ਫਿਰ ਅਖੀਰ ਸਿਰ ਵੀ ਇਹ ਦੁੱਖਾਂ ਦੀ ਪੰਡ ਨੂੰ ਭਾਰ ਚੁੱਕਣ ਤੋਂ ਅਸਮਰਥ ਜਿਹਾ ਹੋ ਜਾਂਦਾ ਹੈ। ਪ੍ਰਾਣਾਂ ਦੀ ਡੋਰ ਟੁੱਟਦੀ ਹੈ, ਫਿਰ ਜੰਮਣ ਮਰਨ ਦਾ ਤਾਣਾ ਇਹਦਾ ਤਣਿਆ ਜਾਂਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੀ ਇਸ ਪਾਵਨ ਬਚਨਾਂ ਵਿੱਚ ਸਾਨੂੰ ਸਮਝਾਉਂਦੇ ਨੇ। ਜੋ ਕਰਮ ਕਾਂਡ ਦੀ ਗੱਲ ਅੱਗੇ ਚੱਲ ਰਹੀ ਸੀ, ਉਸੇ ਅਧੀਨ ਸਤਿਗੁਰੂ ਜੀ ਨੇ ਇਸ ਪੌੜੀ ਵਿੱਚ ਜੋ ਵਿਚਾਰ ਸਾਡੇ ਸਾਹਮਣੇ ਰੱਖੇ ਵੀ ਪਾਪ ਮਾੜਾ ਕੰਮ ਹੈ, ਪਾਪੀ ਨੂੰ ਪਿਆਰਾ ਲੱਗਦਾ ਹੈ, ਪਾਪੀ ਪਾਪਾਂ ਨਾਲ ਲੱਦਿਆ ਹੋਇਆ, ਪਾਪਾਂ ਦੀ ਥਾਂ ਖਿਲਾਰਾ ਪਾਉਂਦਾ। ਜਿਹੜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣ ਲੈਂਦੇ ਹਨ, ਉਹਨਾਂ ਦੇ ਅੰਦਰੋਂ ਚਿੰਤਾ, ਵਿਛੋੜਾ ਤੇ ਦੁੱਖ ਜਿਹੜਾ ਹੈ ਦੂਰ ਹੋ ਜਾਂਦਾ ਹੈ। ਜਦ ਤੱਕ ਝੂਠ, ਪਾਪ ਮਨੁੱਖ ਦੇ ਆਤਮਿਕ ਜੀਵਨ ਨੂੰ ਬਰਬਾਦ ਕਰੀ ਜਾਂਦੇ ਨੇ, ਤਬਾਹ ਕਰਦੇ ਜਾਂਦੇ ਨੇ, ਤਦ ਤੱਕ ਇਸ ਦਾ ਜਨਮ ਮਰਨ ਜਿਹੜਾ ਹੈ ਉਹ ਤਾਣਾ ਤਣਿਆ ਰਹਿੰਦਾ ਹੈ, ਕਦੀ ਮੁੱਕ ਨਹੀਂ ਸਕਦਾ। ਨਰਕ ਪੈਣ ਤੋਂ, ਭਾਵ ਆਵਾਗਨ ਤੋਂ ਕਿਵੇਂ ਬਚ ਸਕਦਾ? ਤੇ ਜਮਕਾਲ, ਮੌਤ ਦਾ ਡਰ ਹਮੇਸ਼ਾ ਇਹਦੇ ਉੱਤੇ ਸਿਰ ਤੇ ਬਣਦਾ ਹੈ। ਤੇ ਹਰ ਵੇਲੇ ਮੌਤ ਤੋਂ ਡਰਦਾ ਵੀ ਹੈ, ਇਹ ਟਲ ਵੀ ਨਹੀਂ ਸਕਦਾ। ਜਿੰਨਾ ਨਾਲ ਪਾਪਾਂ ਤੇ ਜੰਜਾਲਾਂ ਵਿੱਚ ਘਿਰਿਆ ਹੋਇਆ,
ਇਹਨਾਂ ਪਾਪਾਂ ਤੋਂ ਹੋਰ ਜੰਜਾਲਾਂ ਵਿੱਚ ਪੈਂਦਾ ਜਾਂਦਾ ਹੈ। ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾਂ, ਇਹ ਭਾਂਡੇ, ਇਹਨਾਂ ਜੰਜਾਲਾਂ ਤੋਂ ਨਹੀਂ ਬਚ ਸਕੀਦਾ। ਸਗੋਂ ਜੀਵ ਇਹਨਾਂ ਜੰਜਾਲਾਂ ਵਿੱਚ ਪੈ ਕੇ ਹੋਰ ਦੁਖੀ ਤੇ ਹੋਰ ਖੁਆਰ ਹੁੰਦਾ ਹੈ। ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡੇ ਤੇ ਰਹਿਮਤ ਰੱਖਣਾ, ਸਾਡੇ ਵਿਚਾਰਾਂ ਵਿੱਚੋਂ ਇਹ ਪਾਪ ਕਰਮ ਕੱਢ ਕੇ ਪੁੰਨ ਕਰਮ ਦਾ ਵਾਸਾ ਕਰੋ, ਜਿਹਦੇ ਨਾਲ ਤਾਂ ਸਾਡੀ ਤੁਹਾਡੇ ਨਾਲ ਨੇੜਤਾ ਬਣ ਜਾਏ ਔਰ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਏ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।